गुरु नानक पद पंकज बंदन पंकज सिमरो अंगद दुख निकंदन गुरु अमरदास हृदय नित त्याऊं हृदय श्री गुरु रामदास गुण गुरु अर्जन विघ्नन के नाशक विघ्नन श्री हर गोविंद सोमत पर श्री हर राय नमो कर जोरी नमो श्री हर कृष्ण मनाऊं गुरु तेग बहादुर परम कृपाल परम श्री गुरु गोबिंद सिंह में तरो तरा पर पुन पुन सीसा पुन पुन बंदो बार बार जगत एक ओंकार सतगुरु वाहिगुरु जी की फतेह है वाहिगुरु जी की फतेह है दोहरा आहो तुरत परवेश पार इक तंबू लग्यो बिलोकन कीना पंच प्रयंक पर सतगुर बैठे देखत करी चिनारी चीना। वाहिगुरु जी का खालसा वाहिगुरु जी की फतेह। आओ गुरु प्यारे गुरु सवारे सतसंगी जनो रोजाना की तरह पातशाह जी की अपार किरपा बख्शिश का सदका पिछले पहरां दे दीवान सजाउंदे होए आप जी गुरु चरनां विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। आपां विचारां सरवण कर रहे सी जिस वेले धन धन श्री गुरु गोबिंद सिंह जी महाराज पलंगे ते बैठ करके माछीवाड़े चों चले ते अगे नाका लग्या होया सरकार दा हज़ारां की गिनती भी सिपाही फिरदे है ते उन्हां ने वेख करके सतगुरां नूं रोक लिया ते पुछण लगे कौन हो तुसीं भेस बदलिया लगदा किते गुरु गोबिंद सिंह तां नहीं। गणी खां नबी खां मूरले पावियां नूं चक्किया होया ते ओह कहण लगे ये साडे पीरां दे पीर है उच्च दे पीर हन अपनी मौज विच विचरदे फिरदे आ असीं इन्हां नूं अगले पिंड छड्डण चले हां। उन्हां ने कहा भी साडी तसल्ली कराओ कोई इन्हां दा जानशीन पीर है ਜਿਹੜਾ ਇਹਨਾਂ ਨੂੰ ਜਾਣਦਾ ਹੋਵੇ ਤੇ ਸਾਨੂੰ ਦੱਸੇ ਕਿ ਵਾਕਿਆ ਕੋਈ ਪੀਰ ਹਨ। ਤਾਂ ਸਤਿਗੁਰਾਂ ਨੇ ਇੱਕ ਪੀਰ ਦਾ ਨਾਂ ਦੱਸਿਆ ਜੋ ਨੂਰਪੁਰੇ ਦਾ ਸੀ ਤੇ ਇਸ ਵੇਲੇ ਮਾਛੀਵਾੜੇ ਆਇਆ ਹੋਇਆ ਸੀ। ਤਾਂ ਸੂਬੇਦਾਰ ਨੇ ਜਰਨੈਲ ਨੇ ਉਸੇ ਵੇਲੇ ਉਸ ਪੀਰ ਨੂੰ ਲਿਆਉਣ ਦੀ ਸਲਾਹ ਦਿੱਤੀ ਹੈ ਅਤੇ ਇਸ ਨੇ ਆਪਣਾ ਬੰਦਾ ਭੇਜਿਆ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਤੰਬੂ ਵਿੱਚ ਰਾਤ ਕੱਟੀ ਹੈ। ਦੂਸਰੇ ਦਿਨ ਉਹ ਆ ਕਰਕੇ ਕਿਸ ਤਰ੍ਹਾਂ ਚਨਾਰੀ ਕਰਦਾ ਹੈ ਸ਼ਨਾਖਤ ਕਰਕੇ ਦੱਸਦਾ ਕਿ ਕੌਣ ਹੈ। ਇਹ ਵਿਚਾਰਾਂ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ आपो तुरंत प्रवेश और एक तंबू लग्यो बिलोकन कीना। और दूसरे दिन तड़के कहंदे हो आ गया है घोड़सवार दे नाल ते आउंदियां ही जिस तंबू विच पातशाह बैठे सन उस पासे चलिया गया है। जब इसने अगों जाके देखना किया है तो इनू पता लग गया कि ये तो गुरु गोबिंद सिंह जी हैं। तंबू दे विच पलंगे ते धन गुरु गोबिंद सिंह जी बैठे हैं। इन्होंने ने चंगी तरह जान लिया है। जिस वेले ये अंदर चलिया तंबू दे वल जान लग्या ते पातशाह ने इशारा करके मोड़ दिता कहनी अंदर ना आ तू हले पहला उधर जा इन्हां दे जरनैल कोले जिथे सभा लगी है
ਉਹਨਾਂ ਨੂੰ ਜਾ ਕੇ ਪੁੱਛ ਵੀ ਕਿਹਦੀ ਚਨਾਰੀ ਕਰਨੀ ਹੈ, ਸਾਡੇ ਕੋਲੇ ਫੇਰ ਆਈ। ਜਾਣ ਗਿਓ ਸ੍ਰੀ ਸਤਿਗੁਰਾਂ ਸੇ ਹਟਿਓ ਤੁਰਤ ਹੀ ਅੰਤਰ ਔਰ। ਤੋ ਅੰਦਰ ਜਾਣ ਤੋਂ ਰੁਕ ਗਿਆ ਹੈ, ਗੇਟ ਤੋਂ ਹੀ ਮੁੜ ਕੇ ਕਿੱਧਰ ਚੱਲਿਆ? ਜਹਾਂ ਕਚਹਿਰੀ ਤੁਰ ਕਨਕੀਰੀ ਪਹੁੰਚਿਓ ਜਾ ਸੋ ਤਾਹੀ ਔਰ। ਜਿੱਧਰ ਕਚਹਿਰੀ ਲੱਗੀ ਹੋਈ ਹੈ, ਜਰਨੈਲ ਦੀ, ਸੂਬੇਦਾਰ ਦੀ, ਸਿਪਾਹੀ ਬੈਠੇ ਹਨ ਸਾਰੇ, ਉੱਥੇ ਪਹੁੰਚਿਆ ਹੈ ਜੀ। ਕਰੀ ਸਲਾਮਾ ਅਲੈਕਮ ਬੈਠਿਓ ਸਾਦਰ ਸਭ ਜੈ ਭਈ ਬਹੋਰ। ਜਿੱਥੇ ਸਾਰੇ ਮੁਸਲਮਾਨ ਇਕੱਠੇ ਹੋ ਕੇ ਬੈਠੇ ਆ, ਇਹਨੇ ਜਾ ਸਲਾਮ ਕੀਤੇ ਹੈ। ਰੱਬ ਉਮਰਾਬ ਬੂਝ ਮੇ ਲਗਿਓ ਇਸ ਆਦੇ ਉਤਰੇ ਵਿੱਚ ਪੌਰ। ਔਰ ਦੱਸਿਆ ਨਾਲ ਦੇ ਲਿਆਉਣ ਵਾਲੇ ਬੰਦੇ ਨੇ ਕਿ ਇਹੋ ਹੀ ਨੂਰਪੁਰ ਦਾ ਸਾਜਦ ਹੈ ਜਿਹੜਾ ਮਾਛੀਵਾੜੇ ਸੀ, ਮੈਂ ਲੈ ਆਂਦਾ, ਪੁੱਛੋ ਕੀ ਪੁੱਛਣਾ ਹੈ। ਤਾਂ ਜਰਨੈਲ ਕਹਿਣ ਲੱਗਿਆ ਗੱਲ ਇਹ ਹੈ ਸੱਜਦ ਜੀ ਕਿ ਸਾਡੇ ਕੋਲ ਉਹ ਤੰਬੂ ਵਿੱਚ ਕੋਈ ਉਤਰਿਆ ਹੈ। ਪੂਰਬ ਕਿਤ ਦੇਖੇ ਕਿ ਨਾਹੇ ਪਛਾਣ ਕੇ ਤੁਮਰੀ ਨਾਹੇ। ਸਾਨੂੰ ਇਹ ਦੱਸ ਵੀ ਉਹਨੂੰ ਤੂੰ ਜਾਣਦਾ ਕਿ ਨਹੀਂ ਜਾਣਦਾ, ਪਹਿਲਾਂ ਕਿਤੇ ਵੇਖਿਆ ਕਿ ਨਹੀਂ ਵੇਖਿਆ, ਤੇਰੀ ਕੋਈ ਜਾਣ ਪਛਾਣ ਹੈ ਉਸ ਨਾਲ? ਇੰਦਨ ਕੋ ਗੁਰ ਬੇਸਾ ਪਰ ਤਰਨ ਹੈ ਲਸ਼ਕਰ ਵਿੱਚ ਤੇ ਕਿਤ ਜਾਏ। ਔਰ ਸਾਨੂੰ ਕਹਿੰਦਾ ਸ਼ੰਕਾ ਹੈ, ਅਸੀਂ ਹਿੰਦੁਸਤਾਨ ਦੇ ਪੀਰ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਨੂੰ ਫੜਨਾ ਹੈ, ਕਿਤੇ ਉਹ ਸਾਡੇ ਕੋਲੋਂ ਭੇਸ ਬਦਲ ਕੇ ਤਾਂ ਨਹੀਂ ਲੰਘ ਰਿਹਾ। ਲਾਖੋ ਸੋ ਪਟ ਚਾਹੋ ਕੇ ਮਾਰੀ ਦਲ ਵਿੱਚ ਲਾਏ ਦਿਓ ਰਨ ਮਾਹੀ। ਅਸੀਂ ਉਸ ਨੂੰ ਇਸ ਕਰਕੇ ਫੜਨਾ ਕਿ ਉਹਦੇ ਨਾਲ ਜੰਗ ਚੱਲਦੀ ਹੈ ਔਰੰਗਜ਼ੇਬ ਦੀ, ਔਰ ਜੰਗ ਦੇ ਮੈਦਾਨ ਵਿੱਚ ਇਸ ਨੇ ਸਾਡੀ ਲੱਖਾਂ ਦੀ ਗਿਣਤੀ ਵਿੱਚ ਫੌਜ ਦਾ ਖਾਤਮਾ ਕੀਤਾ ਹੈ ਜੀ। ਅਬ ਜੀਵਤ ਹੀ ਨਿਕਸ ਗਿਓ ਕਿਤ ਖੋਜਤ ਹੈ ਤਮਾਮ ਚਿਤ ਲਾਏ। ਜੋ ਚਮਕੌਰ ਦੀ ਗੜੀ ਵਿੱਚ ਜੰਗ ਹੋਈ ਹੈ, ਉੱਥੇ ਸਾਡੇ ਬਹੁਤ ਫੌਜ ਮਾਰੀ ਗਈ ਹੈ, ਤੇ ਸਾਨੂੰ ਇਹ ਸ਼ੱਕ ਹੈ ਕਿ ਸਾਨੂੰ ਉੱਥੇ ਉਹ ਮਿਲਿਆ ਨਹੀਂ, ਸ਼ਹੀਦ ਹੋਇਆ ਜਾਂ ਸਰੀਰ ਛੱਡਿਆ। ਸਾਨੂੰ ਲੱਗਦਾ ਹੈ ਕਿ ਉਹ ਚਮਕੌਰ ਦੀ ਗੜੀ ਵਿੱਚੋਂ ਜਿਉਂਦਾ ਨਿਕਲ ਗਿਆ, ਤੇ ਉਹਨੂੰ ਲੱਭਣ ਵਾਸਤੇ ਸਾਰੇ ਫੌਜ ਦੀਆਂ ਟੁਕੜੀਆਂ ਭੇਜੀਆਂ ਹੋਈਆਂ ਹਨ। ਯਾਤੇ ਹੀ ਹਾਜੀ ਟਿਕਾਇਓ ਚਾਹੇ ਸ਼ਾਦੀ ਦੇਹੋ ਬਤਾਈ। ਇਸ ਕਰਕੇ ਅਸੀਂ ਹੁਣ ਕਿਸੇ ਨੂੰ ਵੀ ਛਾਣਬੀਨ ਤੋਂ ਬਗੈਰ ਟੱਪਣ ਨਹੀਂ ਦੇਣਾ। ਤੇ ਸਾਡੇ ਕੋਲ ਦੀ ਇਹ ਹਾਜੀ ਲੰਘ ਰਿਹਾ ਸੀਗਾ, ਪਲੰਘੇ ਤੇ ਬੈਠਾ, 4 ਮੁਰੀਦਾਂ ਨੇ ਚੱਕਿਆ ਹੋਇਆ ਹੈ, ਤੂੰ ਸਾਨੂੰ ਇਸ ਦੀ ਸ਼ਨਾਖਤ ਕਰਕੇ ਦੱਸ ਇਹ ਕੌਣ ਹੈ? ਪੂਰਬ ਮਿਲਿਓ ਬਲੋਕੋ ਜੀ ਤੁਮ ਜਾਣਤ ਹੋ ਕਹੀਏ ਸਮਝਾਈ। ਜੇ ਤੂੰ ਪਹਿਲਾਂ ਇਹਨਾਂ ਨੂੰ ਦੇਖਿਆ ਹੈ, ਕਿਤੇ ਜਾਣਦਾ ਹੈ, ਤੇ ਸਾਨੂੰ ਦੱਸਣਾ ਕਰ। ਪਾਕਤ ਮੱਕੇ ਹਜੇ ਕਰਾਈ ਰੋਜਾ ਰੱਖ ਹਮੇਸ਼ ਤਪਤਾਈ। ਅਸੀਂ ਪੁੱਛਗਿੱਛ ਕੀਤੀ ਸੀ ਇਹਨਾਂ ਤੋਂ, ਇਹਦੇ ਚੇਲੇ ਸਾਨੂੰ ਕਹਿੰਦੇ ਵੀ ਅਸੀਂ ਮੱਕੇ ਤੋਂ ਹਜ ਕਰਕੇ ਆਏ ਆ, ਔਰ ਇਸ ਕਰਕੇ ਇਹਨਾਂ ਦਾ ਰੋਜਾ ਰੱਖਿਆ ਹੋਇਆ, ਸਰੀਰ ਨੂੰ ਬੜਾ ਕਸ਼ਟ ਭਾਵ ਤਪੱਸਿਆ ਕੀਤੀ ਹੈ। ਹਾਲਤ ਮੁਖ ਮੇ ਇੱਕ ਜੋ ਵਿਚਰਤ ਮੌਜ ਆਪਣੀ ਮੇ ਹਰ ਖਾਏ। ਇਹਦੇ ਚੇਲੇ ਸਾਨੂੰ ਦੱਸਦੇ ਹਨ ਕਿ ਇਹਨਾਂ ਦੇ ਰੋਜੇ ਰੱਖੇ ਆਏ ਤਾਂ ਰੋਜ਼ ਦਾ ਇੱਕ ਜਿਉਂ ਖਾ ਕੇ ਆਪਣੀ ਮੌਜ ਵਿੱਚ ਵਿਚਰ ਰਹੇ ਹਨ। ਸੁਨ ਸਿਆਦ ਵਿੱਚ ਸਭਾ ਉਚਰਿਓ ਏਤੇ ਪੀਰਨ ਪੀਰ ਮਹਾਨ। ਤਾਂ ਸਾਜਦ ਨੇ ਗੁਰੂ ਪਿਆਰਿਓ ਕਹਿਣ ਲੱਗਿਆ, ਇਹਨਾਂ ਨੂੰ ਤੁਸੀਂ ਕੀ ਸਮਝਦੇ ਹੋ? ਇਹ ਤਾਂ ਪੀਰਾਂ ਦੇ ਪੀਰ ਹਨ। ਮੁਖ ਤੇ ਕਹੇ ਸਫਲ ਤੂਰਨਾ ਕਰੇ ਨਿਹਾਲ ਰਿਸੀ ਕਰਹਾਨਾ। ਹੁਣ ਉਹਨਾਂ ਨੂੰ ਇਹ ਦੱਸਣ ਲੱਗਿਆ, ਵੈਸੇ ਜੋ ਗੱਲਾਂ ਸਾਜਦੇ ਕੀਤੀਆਂ ਉਹ ਸੱਚੀਆਂ, ਗੁਰੂ ਸਾਹਿਬ ਤੇ ਢੁਕਦੀਆਂ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਇਸ ਕਰਕੇ ਕਹਿਣ ਲੱਗਿਆ ਇਹ ਤਾਂ ਪੀਰਾਂ ਦਾ ਪੀਰ ਹੈ, ਤੁਸੀਂ ਇਸ ਨੂੰ ਕਿਉਂ ਰੋਕ ਲਿਆ? ਵੇਖਿਓ ਕਿਤੇ ਗੁੱਸੇ ਵਿੱਚ ਆ ਕੇ ਕੁਝ ਕਹਿ ਦੇਣ ਤੇ ਤੁਹਾਡੀ ਹਾਨੀ ਨੁਕਸਾਨ ਹੋ ਸਕਦਾ ਹੈ। ਔਰ ਅਚਰਜ ਮੇ ਅਟਕਾਈ ਤੁਮ ਕੋ ਸ਼ਰਾਪ ਨਾ ਕੀਨ ਬਖਾਨਾ। ਤੁਸੀਂ ਰਾਤ ਦਾ ਇਹਨਾਂ ਨੂੰ ਰੋਕਿਆ, ਤੁਹਾਨੂੰ ਕੋਈ ਕੌੜਾ ਬਚਨ ਤਾਂ ਨਹੀਂ ਬੋਲਤਾ ਇਹਨਾਂ ਨੇ? ਜਰਨੈਲ ਕਹਿੰਦਾ ਨਹੀਂ ਕੌੜਾ ਤਾਂ ਕੁਛ ਨਹੀਂ ਬੋਲਿਆ, ਸ਼ੁਕਰ ਹੈ ਤੁਸੀਂ ਬਚ ਗਏ, ਇਹਨਾਂ ਨੇ ਹਜੇ ਕੋਈ ਸ਼ਰਾਪ ਨਹੀਂ ਦਿੱਤਾ। ਇਹ ਬਾਤ ਤੋਂ ਪ੍ਰੀਤੀ ਉਲਟਦੀ ਪਤ ਸਮਰੱਥ ਅਦਿਕ ਬਲਵਾਨ। ਇਹ ਤਾਂ ਇੰਨੀ ਸ਼ਕਤੀ ਦੇ ਮਾਲਕ ਹੈ, ਇੱਕ ਬਚਨ ਕਰਕੇ ਧਰਤੀ ਨੂੰ ਉਲਟਾ ਸਕਦੇ ਹੈ, ਔਰ ਕਿਸੇ ਨੂੰ ਬਖਸ਼ਾ ਕਰ ਦੇਣ ਤੇ ਇੱਕ ਕੰਗਾਲ ਨੂੰ ਰਾਜਾ ਬਣਾ ਸਕਦੇ ਆ। ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ, ਬਾਣੀ ਵੀ ਇਸ ਗੱਲ ਦੀ ਸਹਿਤੀ ਭਰਦੀ ਹੈ। ਇਸ ਕਰਕੇ ਉਹ ਖਾਨ, ਉਹ ਸਾਜਦ ਜੋ ਛੱਡ ਕੇ ਲਿਆਂਦਾ ਹੈ ਗੁਰੂ ਪਿਆਰਿਓ, ਨੂਰਪੁਰੇ ਦਾ ਵਾਸੀ ਇਸ ਵੇਲੇ ਮਾਛੀਵਾੜੇ ਬੈਠਾ ਸੀ, ਉਹ ਇਉਂ ਸਤਿਗੁਰਾਂ ਦੇ ਬਾਰੇ ਦੱਸਣ ਲੱਗਿਆ ਹੈ। ਕਹਿਣ ਲੱਗਿਆ ਬਚ ਕੇ ਰਹੋ,
ਸ਼ੁਕਰ ਹੈ ਇਹਨਾਂ ਨੇ ਹਜੇ ਤੁਹਾਨੂੰ ਕੁਝ ਕੌੜਾ ਨਹੀਂ ਬੋਲਿਆ ਜੀ। तुम सो क्षमा करी ना कहो कुछ अपने भाग भले लियो जाना। ਇਹ ਤਾਂ ਤੁਹਾਡੇ ਕਿਤੇ ਵੱਡੇ ਭਾਗ ਹਨ, ਤੁਹਾਨੂੰ ਮਾਫ ਕਰ ਦਿੱਤਾ ਹੈ। अनेक बार मैं परखण कीने सफले सहज सुभाई बखाना। ਮੈਂ ਤਾਂ ਇਹਨਾਂ ਨੂੰ ਕਈ ਵਾਰੀ ਮਿਲਿਆ ਹਾਂ ਤੇ ਇਹਨਾਂ ਦੇ ਕੀਤੇ ਹੋਏ ਬਚਨ ਵੀ ਮੈਂ ਪਰਖੇ ਹਨ। ਜੋ ਵੀ ਇਹ ਸਹਿਜ ਸੁਭਾਅ ਕਹਿ ਦਿੰਦੇ ਆ ਪੂਰਾ ਹੋ ਜਾਂਦਾ। अब बख्शावो बंद कदम तिन हाथ जोड़ कर बिने महान। ਕਿਰਪਾ ਕਰਕੇ ਜਾਓ ਉਹਨਾਂ ਦੇ ਪੈਰੀ ਪਾਓ, ਉਹਨਾਂ ਤੋਂ ਮਾਫੀ ਮੰਗੋ ਜੇ ਤੁਹਾਨੂੰ ਬਖਸ਼ ਦੇਣ। करो खलासी स्वेच्छा बिचरै जामा पाक जो हद बड़ ठान। ਔਰ ਉਹਨਾਂ ਨੂੰ ਖਲਾਸੀ ਭਾਵ ਮੁਕਤ ਕਰ ਦਿਓ, ਭਾਵ ਰੋਕੋ ਨਾ, ਜਾਣ ਦਿਓ ਜਿੱਧਰ ਜਾਂਦੇ ਆਪਣੀ ਮਰਜ਼ੀ ਦੇ ਨਾਲ। ਉਹ ਪਵਿੱਤਰ ਜਾਮਾ ਪਾਕ, ਸਰੀਰ ਨੂੰ ਜਾਮਾ ਕਿਹਾ, ਪਾਕ ਪਵਿੱਤਰ, ਉਹ ਪਵਿੱਤਰ ਸਰੀਰ ਵਾਲੇ ਬੜ ਜੋਹਦ ਕੀਨ, ਜੋਧ ਹੁੰਦੀ ਹੈ ਤਪੱਸਿਆ, ਉਰਦੂ ਦਾ ਸ਼ਬਦ ਹੈ, ਫਾਰਸੀ ਦਾ ਇਹ, ਇਹਨਾਂ ਦੀ ਬੜੀ ਤਪੱਸਿਆ ਹੈ। सोना मराव डरियो रंतर तत चिनोठियो सैत नर बृंद। ਔਰ ਉਸੇ ਵੇਲੇ ਕਹਿੰਦੇ ਜਿਹੜਾ ਜਰਨੈਲ ਸੀ ਉਹ ਡਰ ਗਿਆ, ਔਰ ਡਰਦਾ ਹੋਇਆ ਕੀ ਕਹਿੰਦਾ ਹੈ, दर्भ पंच से के अनवायो शब्द संग आई कर बंद। ਔਰ ਆਪਣੇ ਖਜ਼ਾਨਚੀ ਨੂੰ ਕਹਿੰਦਾ 500 ਰੁਪਏ ਦੀ ਚਾਂਦੀ ਦੇ ਰੁਪਈਆਂ ਦੀ ਥੈਲੀ ਲੈ ਕੇ ਆ ਤੇ ਸਾਜਦ ਨੂੰ ਨਾਲ ਲੈ ਕੇ ਆਪਣੇ ਕੁਝ ਮੋਹਤਵਾਰ ਸਿਪਾਹੀਆਂ ਨੂੰ ਨਾਲ ਲੈ ਕੇ नमस्कार कर बैठ गयो डिग बिनती बोलियो पीर बिलंद। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ 500 ਚਾਂਦੀ ਦੇ ਰੁਪਈਆਂ ਦੀ ਥੈਲੀ ਧਰ ਕੇ ਮੱਥਾ ਟੇਕ ਕੇ ਕਹਿੰਦਾ, हे ਪੀਰ ਬਲੰਦ, हे ਮਹਾਨ ਪੀਰ ਜੀ, अटकावन की न वग्या सो बख्शो तुम बपसंद। ਸਾਥੋਂ ਗਲਤੀ ਹੋ ਗਈ, ਅਸੀਂ ਤੁਹਾਨੂੰ ਰਾਤ ਨੂੰ ਜਾਂਦਿਆਂ ਹੋਇਆਂ ਰੋਕਿਆ, ਸਾਥੋਂ ਗਲਤੀ ਹੋ ਗਈ, ਅਸੀਂ ਮਾਫੀ ਚਾਹੁੰਦੇ ਹਾਂ। अगर पंच से धरी राइत पन अपर सो भट तै पे समुदाय। ਤੁਸੀਂ ਤਾਂ ਬਖਸ਼ਣਹਾਰ ਹੋ, ਸਾਨੂੰ ਬਖਸ਼ ਦਿਓ, ਮਾਫੀ ਦੇ ਦਿਓ ਕਹਿੰਦਾ। ਔਰ ਨਾਲੇ 500 ਦੀ ਥੈਲੀ ਮੂਹਰੇ ਧਰਦਾ ਹੈ ਤੇ ਨਾਲੇ ਦੂਸਰੇ ਸਿਪਾਹੀ ਵੀ ਆਪਣੇ ਕੋਲੋਂ ਮਾਇਆ ਦਾ ਮੱਥਾ ਗੁਰੂ ਸਾਹਿਬ ਦੇ ਅੱਗੇ ਟੇਕਣ ਲੱਗੇ ਜੀ। सकल चढ़ावन लगी दर्द को बिक सतगुर मुख ते फरमाए। ਔਰ ਸਾਰੇ ਹੀ ਸਤਿਗੁਰਾਂ ਨੂੰ ਮੱਥੇ ਟੇਕਣ ਲੱਗੇ ਤੇ ਪਾਤਸ਼ਾਹ ਜੀ ਕਹਿੰਦੇ, तुमको नहीं दोष पर बस हो हमरो कहाँ कटे इस थाई। ਪਾਤਸ਼ਾਹ ਕਹਿੰਦੇ ਭਾਈ ਤੁਹਾਡੀ ਕੀ ਗਲਤੀ ਹੈ, ਤੁਸੀਂ ਤਾਂ ਮਜਬੂਰ ਹੋ, ਸਰਕਾਰ ਦੇ ਬੰਧਨ ਵਿੱਚ ਹੋ, ਇਸ ਕਰਕੇ ਤੁਸੀਂ ਆਪਣੀ ਡਿਊਟੀ ਨਿਭਾਈ ਹੈ ਤੇ ਸਾਡਾ ਜੇ ਰਾਤ ਕੱਟ ਲਈ ਇੱਥੇ ਸਾਡਾ ਕੀ ਘਟ ਗਿਆ, ਕੋਈ ਗੱਲ ਨਹੀਂ। सुख सो निशा बसे अब गमने चित की चिंता देहो गवाई। ਬਲਕਿ ਅਸੀਂ ਤਾਂ ਤੁਹਾਡੇ ਕੋਲੇ ਤੰਬੂ ਦੇ ਵਿੱਚ ਬੜੇ ਸੁੱਖ ਨਾਲ ਰਾਤ ਬਤੀਤ ਕੀਤੀ ਆ, ਜੇ ਹੁਣ ਕਹੋਗੇ ਤਾਂ ਚਲੇ ਜਾਣੇ ਆ। खुशी जान अपने पर तिस छीना हाथ बंद करके उमराए। ਔਰ ਜਰਨੈਲ ਦੋਨੇ ਹੱਥ ਬੰਨ ਕੇ ਕਹਿਣ ਲੱਗਿਆ, ਠੀਕ ਹੈ ਮਹਾਂਪੁਰਸ਼ੋ, ਇਹ ਪੀਰ ਜੀ ਤੁਸੀਂ ਜਿੱਧਰ ਮਰਜ਼ੀ ਵਿਚਰੋ, ਅਸੀਂ ਤੁਹਾਨੂੰ ਨਹੀਂ ਰੋਕਦੇ। गमनो इच्छा जहाँ तुम्हारी फिर दर्शन कहो देव आए। ਫਿਰ ਵੀ ਕਿਰਪਾ ਕਰਕੇ ਦਰਸ਼ਨ ਦਿਓ, ਜਿੱਧਰ ਜਾਣਾ ਚਾਹੁੰਦੇ ਹੋ ਜਾਓ, ਸਾਡੀ ਗਲਤੀ ਮਾਫ ਕਰ ਦਿਓ ਕਹਿੰਦਾ। इनके उठे ग्यो गढ़ अंतर श्री प्रभु पलंग ले उठवाए। ਇਹਨਾਂ ਕਹਿ ਕੇ ਉਹ ਜਰਨੈਲ ਚਲਿਆ ਗਿਆ ਗੁਰੂ ਪਿਆਰਿਓ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸੇਵਕਾਂ ਨੂੰ ਬੁਲਾਉਣਾ ਕੀਤਾ ਹੈ ਜੀ। कहते गमन की नमगाची चारों सिर तर चले उठाए। ਇਉਂ ਫੇਰ ਭਾਈ ਗਣੀ ਖਾਂ ਨਬੀ ਖਾਂ ਨੇ ਅੱਗੋਂ ਸੀਸ ਦੇ ਉੱਪਰ ਪਲੰਗ ਰੱਖਿਆ, ਮੋਢੇ ਤੇ ਪਲੰਗਾ ਚੱਕਿਆ, ਦੋ ਸਿੰਘਾਂ ਨੇ ਮਗਰੋਂ ਚੱਕਿਆ ਤੇ ਭਾਈ ਦਇਆ ਸਿੰਘ ਜੀ ਚੌਰ ਸਾਹਿਬ ਕਰਦੇ ਹੋਏ ਚੱਲ ਪਏ ਜੀ। जब कौशक पर पहुंचे गमनत तब शब्द मिल बेहित आए। ਔਰ ਇੱਥੋਂ ਜਦੋਂ ਸਤਿਗੁਰਾਂ ਨੇ ਕੋਈ ਕੋਹ ਕਰ ਲਿਆ ਅੱਗੇ, ਇਹ ਸਾਜਦ ਹੋਰ ਪਾਸੇ ਦੀ ਹੋ ਕੇ ਵੀ ਕਿਤੇ ਇਹਨਾਂ ਨੂੰ ਪਤਾ ਨਾ ਲੱਗ ਜਾਵੇ, ਇਹ ਸਾਜਦ ਅੱਗੋਂ ਜਾ ਕੇ ਪਾਤਸ਼ਾਹ ਨੂੰ ਫਿਰ ਮਿਲਦਾ ਹੈ। बंधन करी पदम सम कदमन श्री प्रभु मैं सब कही बनाए। ਔਰ ਆ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਮੱਥਾ ਟੇਕਦਾ ਹੈ, ਕਹਿੰਦਾ ਮਹਾਰਾਜ ਜੀ ਮੈਂ ਤਾਂ ਤੁਹਾਨੂੰ ਉੱਥੋਂ ਕੱਢਣ ਵਾਸਤੇ ਆਪਦੇ ਕੋਲੋਂ ਗੱਲਾਂ ਬਣਾ ਕੇ ਕਹਿ ਦਿੱਤੀਆਂ। जी पश्चात हुए कुछ निर्णय तब रावर की चाहो सहाय। ਜੇ ਮਹਾਰਾਜ ਕੱਲ ਨੂੰ ਕੋਈ ਗੱਲ ਫੇਰ ਬਣਦੀ ਹੈ ਜਾਂ ਪਤਾ ਲੱਗ ਜਾਵੇ ਇਹਨਾਂ ਨੂੰ
ਬਈ ਸਾਜਦ ਨੇ ਝੂਠ ਬੋਲਿਆ, ਸਾਨੂੰ ਦੱਸਿਆ ਨਹੀਂ ਹੈ ਗੁਰੂ ਗੋਬਿੰਦ ਸਿੰਘ ਹੈ, ਤੇ ਮਹਾਰਾਜ ਤੁਸੀਂ ਮੇਰੀ ਰੱਖਿਆ ਕਰਿਓ, ਐਸਾ ਨਾ ਹੋਵੇ ਕਿਤੇ ਕੱਲ ਨੂੰ ਇਹਨੂੰ ਪਤਾ ਲੱਗ ਜਾਵੇ ਤੇ ਮੈਨੂੰ ਫੜ ਲੈਣਾ। ਨਹੀਂ ਅਵਗਿਆ ਕਰੇ ਤੁਰਕ ਮਾਮਾ ਇਵ ਬਾਚਤ ਮੈਂ ਆਵੋ ਤਾਏ। ਇਸ ਕਰਕੇ ਮੈਂ ਤੁਹਾਡੇ ਕੋਲੋਂ ਇਹ ਕਿਰਪਾ ਲੈਣ ਵਾਸਤੇ ਦੁਆਰਾ ਭੱਜ ਕੇ ਆਇਆ ਕਿ ਇਹ ਤੁਰਕ ਇਹ ਜਰਨੈਲ ਕਿਤੇ ਮੇਰੀ ਬੇਅਦਬੀ ਨਾ ਕਰ ਦੇਣ। ਬਾਅਦ ਚ ਵੀ ਤੂੰ ਸਾਨੂੰ ਦੱਸਿਆ ਨਹੀਂ ਉਦੋਂ। ਦੇਖਦੇ ਆਨੰਦ ਬਹਿਸ ਬਖਾਨਿਓ ਤੁਮ ਕੋ ਤਾਤੀ ਲੱਗੇ ਨਾ ਬਾਏ। ਪਾਤਸ਼ਾਹ ਹੱਸ ਪਏ, ਮੁਸਕਰਾਉਂਦੇ ਹੋਏ ਕਹਿੰਦੇ ਸਿੱਖਾ ਜਾ, ਤੈਨੂੰ ਤੱਤੀ ਬਾਣੀ ਲੱਗੇਗੀ। ਜੇ ਉਪਕਾਰ ਕਰੇ ਤਨ ਮਨ ਤੇ ਤਿਨ ਕੇ ਹੋਤ ਸਹਾਈ ਖੁਦਾਏ। ਜਿਹੜਾ ਕੋਈ ਉਪਕਾਰ ਕਿਸੇ ਦੇ ਭਲੇ ਦੇ ਵਾਸਤੇ ਤਨ ਕਰਕੇ ਮਨ ਕਰਕੇ ਕੁਛ ਵੀ ਕਰਦਾ ਹੈ, ਉਹਦੀ ਖੁਦਾ ਆਪ ਮਦਦ ਕਰਦਾ ਹੈ। ਤੂੰ ਸਾਡੀ ਮਦਦ ਕੀਤੀ ਆ ਔਖੇ ਸਮੇਂ, ਇਹ ਤੂੰ ਉਪਕਾਰ ਕੀਤਾ, ਭਲਾ ਕੀਤਾ, ਇਸ ਵੇਲੇ ਤੇਰਾ ਬੋਲਣਾ ਵੀ ਸੱਚ ਹੈ। ਈਸੂ ਵਸਤ ਕੀ ਕਮੀ ਨਾ ਹੋਵੇ ਦਰਬ ਅਥੋਟ ਖਰਚ ਉਹ ਖਾਏ। ਤੇਰੇ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਘਾਟਾ ਨਹੀਂ ਰਹੇਗਾ, ਬੇਅੰਤ ਮਾਇਆ ਹੋਵੇਗੀ, ਅਤੋਟ ਨਾ ਮੁੱਕਣ ਵਾਲੀ। ਕਾਗਦ ਕਲਮ ਦਾਨ ਜੇ ਤੁਮ ਡਿਗ ਲਿਖੇ ਹੁਕਮਨਾਮਾ ਲਿਓ ਪਾਏ। ਜੇ ਤੇਰੇ ਕੋਲੇ ਕਾਗਜ਼ ਕਲਮ ਹੈਗਾ, ਸ਼ਾਹੀ ਹੈਗੀ ਆ, ਕਿਉਂਕਿ ਉਦੋਂ ਕਲਮਦਾਨ ਇੱਕ ਸ਼ਾਹੀ ਦੀ ਦਵਾਤ ਹੁੰਦੀ ਸੀ, ਕਲਮ ਹੁੰਦੀ ਸੀ ਅਤੇ ਕਾਗਜ਼ ਹੁੰਦਾ ਸੀਗਾ। ਅੱਜ ਵੀ ਅਸੀਂ ਪੈਨ ਲੱਭਦੇ ਹਾਂ, ਪੈਨ ਦੇ ਵਿੱਚ ਹੀ ਸ਼ਾਹੀ ਹੁੰਦੀ ਆ। ਤੋ ਪ੍ਰੀਤਮ ਜੀ ਕਹਿੰਦੇ ਤੇਰੇ ਕੋਲੇ ਕਾਗਜ਼ ਕਲਮ ਹੈ ਤਾਂ ਲਿਆ, ਤੈਨੂੰ ਇੱਕ ਹੁਕਮਨਾਮਾ ਲਿਖ ਦਈਏ ਸਿੱਖਾਂ ਦੇ ਪ੍ਰਤੀ। ਹਮਾਰੇ ਸਿੱਖ ਸੰਗਤ ਸਭ ਮਾਨੇ ਕੁਲ ਤੇਰੀ ਤਨ ਕੋ ਨਿਤ ਪਾਏ। ਔਰ ਸਾਡੀਆਂ ਸਿੱਖ ਸੰਗਤਾਂ ਵੀ ਆਉਣ ਵਾਲੇ ਸਮੇਂ ਤੇਰਾ ਸਤਿਕਾਰ ਕਰਨਗੀਆਂ। ਤੇਰੀ ਕੁੱਲ ਦੀ ਜਿਹੜੀ ਹੈ ਆਉਣ ਵਾਲੇ ਸਮੇਂ ਵਿੱਚ ਖਰਚਾ ਪਾਣੀ ਸਾਡੀਆਂ ਸੰਗਤਾਂ ਦੇਣਗੀਆਂ। ਇੱਥੇ ਪੂਜਣ ਦੀ ਗੱਲ ਨਹੀਂ ਕੀਤੀ, ਖਰਚਣ ਦੀ ਗੱਲ ਕੀਤੀ ਹੈ ਵੀ ਸਿੱਖ ਸੰਗਤਾਂ ਤੇਰੀ ਕੁੱਲ ਨੂੰ ਵੀ ਸੰਭਾਲਣਗੀਆਂ। ਸੁਨ ਸਿਆਦ ਕਾਗਦ ਤਬ ਦੀਨਸ ਲਿਖੋ ਹੁਕਮਨਾਮਾ ਸੁਖਦਾਏ। ਉਸੇ ਵੇਲੇ ਉਸਨੇ ਕਾਗਜ਼ ਕਲਮ ਸਿਆਹੀ ਲੱਭ ਕੇ ਸਤਿਗੁਰਾਂ ਨੂੰ ਦੇਣੀ ਕੀਤੀ। ਪਾਤਸ਼ਾਹ ਜੀ ਨੇ ਇੱਕ ਹੁਕਮਨਾਮਾ ਲਿਖ ਦਿੱਤਾ ਜੀ। ਦੇਖਰ ਕਰ ਤਰ ਪਿਓ ਪਰਮੋਦਤ ਬੰਦ ਕਦਮ ਕੋ ਹਟਿਓ ਸਿਦਾਏ। ਔਰ ਸਤਿਗੁਰਾਂ ਦੇ ਕੋਲੋਂ ਇਹ ਬਖਸ਼ਿਸ਼ ਲੈ ਕੇ ਹੁਕਮਨਾਮੇ ਦੀ ਸਿਰ ਤੇ ਰੱਖਦਾ ਹੈ, ਮੱਥੇ ਟੇਕਦਾ ਹੈ ਤੇ ਨਾਲੇ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਰੱਖਦਾ ਹੈ ਤੇ ਵਾਪਸ ਚੱਲ ਪਿਆ ਜੀ। ਸ੍ਰੀ ਪ੍ਰਭ ਚਲੇ ਪ੍ਰਿਯੰਕ ਅਰੋੜੇ ਚਾਰੋਂ ਸਿਰ ਪਰ ਲੀਨ ਉਠਾਏ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸੇ ਤਰ੍ਹਾਂ ਪਲੰਘੇ ਤੇ ਬੈਠੇ ਹੋਏ, ਚਾਰਾਂ ਨੇ ਮੋਢੇ ਤੇ ਚੱਕਿਆ ਪਲੰਘਾ, ਤੁਰੇ ਜਾ ਰਹੇ ਹਨ। ਇਸ ਵਿਚਾਰੀ ਲਰਕਤ ਸੁੰਦਰ ਸ਼ਾਮ ਚਾਦਰਾ ਉਪਰ ਲੀਨਾ। ਔਰ ਕਾਲੇ ਕੇਸ ਸਤਿਗੁਰਾਂ ਦੇ, ਕਿਉਂਕਿ ਉਮਰ ਜਿਹੜੀ ਹੈ ਸਾਰੀ 39 ਸਾਲ ਦੀ ਹੀ ਵਰਤੋਂ ਕੀਤੀ, ਉਸ ਵੇਲੇ ਤਾਂ ਹੋਰ ਵੀ ਘੱਟ ਹੋਣੀ ਹੈ, ਤਾਂ ਇਸ ਕਰਕੇ ਕਾਲੇ ਕੇਸ ਸਤਿਗੁਰਾਂ ਦੇ ਪਿੱਛੇ ਲਮਕ ਰਿਹਾ। ਉੱਪਰ ਸਤਿਗੁਰਾਂ ਨੇ ਚਾਦਰਾ ਲਿਆ ਹੋਇਆ ਨੀਲੇ ਰੰਗ ਦਾ। ਦੀਰਘ ਸ਼ਮਸ਼ ਪਿਰਾਹਨ ਕਰਮੈ ਮੁੱਠਾ ਮੋਰ ਪੰਖ ਕੋਕੀਨਾ। ਔਰ ਦੀਰਘ ਸ਼ਮਸ਼ ਸੁੰਦਰ ਲੰਬਾ ਦਾੜਾ ਜਿਹੜਾ ਹੈ, ਲੰਮਾ ਚੋਲਾ ਜੋ ਗਲ ਵਿੱਚ ਪਾਇਆ ਹੋਇਆ ਹੈ ਜੀ। ਦਇਆ ਸਿੰਘ ਸਿਰ ਪਰ ਕਬ ਫੇਰਤ ਚੌਪਾਵਨ ਪਰ ਬੰਦ ਸੋ ਦੀਨਾ। ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਦਇਆ ਸਿੰਘ ਜੀ ਦੇ ਹੱਥ ਵਿੱਚ ਮੋਰ ਦੇ ਫੰਗਾਂ ਦਾ ਚੌਰ ਸਾਹਿਬ ਹੈ, ਜੋ ਸਮੇਂ ਸਮੇਂ ਤੇ ਕਰਦਾ ਜਾ ਰਿਹਾ ਹੈ ਜੀ। ਉਪਰ ਛਟਿयन ਕੀ ਕਰ ਛਾਇਆ ਚਾਦਰ ਤੀਨ ਕਰੀ ਹਿਤ ਚੀਨਾ। ਔਰ ਇਸ ਪਲੰਘੇ ਦੇ ਉੱਪਰ ਛਟੀਆਂ ਤੋਂ ਭਾਵ ਹੈ ਜਿਵੇਂ ਤੂਤ ਦੀਆਂ ਸੋਟੀਆਂ ਇਦਾਂ ਮੋੜ ਕਰਕੇ ਉੱਤੇ ਝੌਂਪੜੀ ਜੀ ਬਣਾਈ ਹੈ, ਉੱਪਰ ਚਾਦਰ ਪਾਈ ਹੈ ਦੋਹਰਾ। ਸਨੇ ਸਨੇ ਗਵਨੇ ਪ੍ਰਭੂ ਮਾਰਗ ਚਲੇ ਕਤੇਕ। ਇਸ ਤਰ੍ਹਾਂ ਹੌਲੀ ਹੌਲੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਰਗ ਤੈਅ ਕਰਦੇ ਜਾ ਰਹੇ ਹਨ। ਰਾਮ ਕਨੇਚ ਪਹੁੰਚ ਕੇ ਥਰ ਹਬ ਜਲਦ ਬਵੇਕ। ਔਰ ਅੱਗੇ ਆ ਗਿਆ ਪਿੰਡ ਕਨੇਚ, ਤੇ ਕਨੇਚ ਕੋਲੇ ਪਹੁੰਚ ਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਸਿੱਖੋ ਮੰਜਾ ਰੱਖ ਦਿਓ। ਇੱਕ ਗੁਰ ਸਿੱਖ ਬਸੇ ਤਿਸ ਮਾਹੇ ਜਾਟ ਜਨਮ ਫੱਤਾ ਕਹਤਾ ਹੈ। ਇੱਥੇ ਕਨੇਚ ਵੀ ਸਾਡਾ ਇੱਕ ਸਿੱਖ ਰਹਿੰਦਾ ਹੈ ਔਰ ਉਸ ਦਾ ਨਾਮ ਹੈ ਫੱਤਾ। ਨਿਕਟ ਆਏ ਦਿਨ ਸਤਿਗੁਰ ਹੇਰੇ ਕਰੀ ਚਿਨਾਰੀ ਹੈ ਤਬ ਨੇਰੇ। ਔਰ ਇਹ ਫੱਤਾ ਜਨਮ ਕਰਕੇ ਜ਼ਿਮੀਂਦਾਰ ਸੀ, ਜੱਟ ਸੀਗਾ। ਇਹ ਫੱਤਾ ਕਿਤੇ ਕੁਦਰਤੀ ਅੱਗੋਂ ਆ ਗਿਆ, ਜਦ ਨੇੜੇ ਆ ਕੇ ਵੇਖਦਾ ਹੈ ਤੇ ਸਤਿਗੁਰਾਂ ਨੇ ਇਹਨੂੰ ਵੇਖ ਕੇ ਪਛਾਣ ਲਿਆ।
ਤੇ ਇਹਨੇ ਵੀ ਗੁਰੂ ਸਾਹਿਬ ਨੂੰ ਪਛਾਣ ਲਿਆ। ਸ੍ਰੀ ਗੁਰੂ ਗੋਬਿੰਦ ਸਿੰਘ ਪਛਾਣੇ, ਹੱਥ ਬੰਦ ਕਰ ਬੰਧਨ ਠਾਣੇ। ਔਰ ਫਤਿਹ ਨੇ ਆ ਕਰਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿੰਦੇ ਨਮਸਕਾਰ ਕੀਤੀ ਹੈ ਹੱਥ ਬੰਨ ਕੇ। ਤੇਰੇ ਸਮੀਪ ਬੈਠੇਗਾ ਜਬ ਹੋ, ਦੇਖ ਪ੍ਰਭੂ ਤਿਸ ਬੋਲਿਓ ਤਬ। ਔਰ ਪਾਤਸ਼ਾਹ ਕਹਿੰਦੇ ਸਿੰਘੋ ਮੰਜਾ ਰੱਖ ਦਿਓ ਥੱਲੇ, ਰੁਕ ਜਾਓ, ਫਤਿਹ ਨੂੰ ਮਿਲ ਲਈਏ। ਤੇ ਫੱਤਾ ਵੀ ਕੋਲ ਬਹਿ ਗਿਆ ਹੱਥ ਬੰਨ ਕੇ। ਸੇਵਾ ਕਰਨ ਮੋਇ ਫਰਮਾਵੋ, ਭੋਜਨ ਨਾਦ ਆਨੋ ਮੈਂ ਖਾਵੋ। ਔਰ ਹੁਣ ਸੁਭੈ ਕੀ ਅਸੀਂ ਮਹਾਪੁਰਸ਼ਾਂ ਨੂੰ ਕਹਿ ਦਿੰਨੇ ਆ ਜੀ ਕੋਈ ਸੇਵਾ ਬਖਸ਼ੋ, ਤੇ ਕਈ ਵਾਰੀ ਸੇਵਾ ਅੱਗੋਂ ਇਹੋ ਜੀ ਲੱਗ ਜਾਂਦੀ ਹੈ, ਵੈਸੇ ਤਾਂ ਵੱਡੇ ਦਿਲ ਨਾਲ ਸੇਵਾ ਕੀਤੀ ਜਾਂਦੀ ਆ, ਤੇ ਕਈ ਵਾਰੀ ਮਨੁੱਖ ਨੂੰ ਐਸੀ ਸੇਵਾ ਵੀ ਲੱਗ ਜਾਂਦੀ ਹੈ ਜਿਹੜੀ ਉਹਨੂੰ ਕਰਨੀ ਔਖੀ ਲੱਗਦੀ ਹੈ। ਤੇ ਇਹਨੇ ਵੀ ਸਹਿਜ ਸੁਭਾਅ ਕਹਿ ਦਿੱਤਾ, ਮਹਾਰਾਜ ਜੀ ਸਾਡੇ ਲੈ ਕੋਈ ਸੇਵਾ ਹੋਵੇ, ਭੋਜਨ ਆਦਿ ਕਹੋ ਤਾਂ ਮੈਂ ਲੈ ਕੇ ਆਵਾਂ। ਆਪਰ ਸੇਵ ਕਿਸ ਬਿਦ ਕੀ ਹੋਏ, ਕਹੀਏ ਆਪ ਕਰੋ ਨਾ ਸੋਏ। ਜਾਂ ਹੋਰ ਕੋਈ ਜੋ ਮੈਂ ਸੇਵਾ ਕਰ ਸਕਾਂ ਮਹਾਰਾਜ ਮੈਨੂੰ ਦੱਸਣਾ ਕਰੋ। ਤੇਰੀ ਮੁਖ ਤੇ ਪਾਕਿਓ ਤਿਸ ਦੇਰੇ, ਅਹੇ ਤੁਰੰਗਨ ਜੋ ਕਰ ਤੇਰੇ। ਪਾਤਸ਼ਾਹ ਕਹਿੰਦੇ ਵੀ ਇੱਕ ਸੇਵਾ ਤੇਰੇ ਲਾਇਕ ਹੈਗੀ ਆ, ਤੇਰੇ ਘਰ ਵਿੱਚ ਘੋੜੀ ਖੜੀ ਆ ਕਾਲੇ ਰੰਗ ਦੀ, ਹਾਂਜੀ ਸਾਨੂੰ ਉਹ ਘੋੜੀ ਲਿਆ ਦੇ। ਸੋਭਨ ਦਿਓ ਹਮ ਤਾਈ, ਚੜ ਤਿਸ ਪਰ ਗਮਣੇ ਅਗਵਾਈ। ਤੇ ਤੂੰ ਸਾਨੂੰ ਉਹ ਘੋੜੀ ਲਿਆ ਦੇ, ਸਾਡੇ ਸਿੰਘਾਂ ਨੇ ਮੰਜਾ ਚੱਕਿਆ ਕਾਫੀ ਲੰਬੇ ਸਮੇਂ ਤੋਂ, ਇਹ ਵੀ ਥੱਕ ਗਏ ਹੋਣਗੇ, ਤੇ ਅਸੀਂ ਘੋੜੀ ਤੇ ਬੈਠ ਜਾਵਾਂਗੇ ਕਿਉਂਕਿ ਪੈਰਾਂ ਵਿੱਚ ਛਾਲੇ ਹੋਏ ਪਏ ਸੀਗੇ, ਅਸੀਂ ਘੋੜੀ ਤੇ ਸਵਾਰ ਹੋ ਜਾਵਾਂਗੇ। ਇਹ ਤੈਨੂੰ ਸੇਵਾ ਲਾਉਣੀ ਆ, ਜਾਂ ਘੋੜੀ ਲੈ ਕੇ ਆ। ਸੁਣ ਫਤਿਹ ਚਿਤ ਬੀਚ ਵਿਚਾਰੀ, ਕਹਿ ਕੇ ਆਨੋ ਆਪ ਅਗਾਰੀ। ਔਰ ਸੋਚਣ ਲੱਗਿਆ ਵੀ ਕਿਵੇਂ ਕਰਾਂ, ਤੇ ਨਾਲੇ ਕਹਿੰਦਾ ਜੀ ਲਿਆਉਣਾ ਜਾ ਕੇ, ਤੇ ਘਰ ਨੂੰ ਚਲਿਆ ਗਿਆ। ਕਹਿ ਸਦਨੇ ਆਪਨੇ ਗਿਓ, ਤਤ ਸਿਨ ਜੀਨ ਨਿਕਾਰਤ ਪਿਓ। ਔਰ ਘਰੇ ਗਿਆ ਤੇ ਘਰੇ ਜਾ ਕੇ ਇਹਨੇ ਘੋੜੀ ਦੀ ਕਾਠੀ ਕੱਢੀ ਐ। ਅਲਪ ਤਰੰਗਨ ਪਰਸੋ ਪਾਏ, ਲੈ ਆਇਓ ਗੁਰ ਡਿਗ ਸਹਸਾਏ। ਤੂੰ ਇਹ ਘੋੜਿਆਂ ਦਾ ਵਪਾਰੀ ਸੀ ਗੁਰੂ ਪਿਆਰਿਓ, ਜਿੱਥੇ ਇਹਦੇ ਕੋਲੇ ਉਹ ਕਾਲੇ ਰੰਗ ਦੀ ਘੋੜੀ ਖੜੀ ਸੀ, ਅਲਪ ਛੋਟੀ ਭਾਵ ਖੱਚਰ, ਉਹ ਨੀਵੀਂ ਹੁੰਦੀ ਆ ਘੋੜੀ ਤੋਂ। ਖੱਚਰਾਂ ਜਿਹੜੀਆਂ ਹੋਰ ਕੰਮ ਵਾਸਤੇ ਵਰਤੀਆਂ ਜਾਂਦੀਆਂ, ਇਹਦਾ ਦਿਮਾਗ ਪਤਾ ਨਹੀਂ ਕਿਵੇਂ ਘੁੰਮਿਆ। ਗੁਰੂ ਸਾਹਿਬ ਘਰੋਂ ਨਿਕਲੇ ਹੋਇਆ, ਪਤਾ ਨਹੀਂ ਮੁੜਨ ਕੇ ਨਾ ਮੁੜਨ, ਕਿਉਂ ਨਾ ਮੈਂ ਘੋੜੀ ਦੀ ਬਜਾਏ ਖੱਚਰ ਦੇ ਦੇਵਾਂ। ਇਹ ਨਹੀਂ ਉਹ ਘੋੜੀ ਵਾਲੀ ਕਾਠੀ ਜਿਹੜੀ ਹੈ ਪਾਉਂਦਿਆਂ ਪਾਉਂਦਿਆਂ ਘੋੜੀ ਤੇ ਖੱਚਰ ਤੇ ਪਾ ਲਈ ਹੈ। ਬੜਵਾ ਬੜੀ ਨਹੀਂ ਤਬਿਆਨੀ, ਲੈ ਜੇ ਹੈ ਕਿਤ ਕੋ ਮਨ ਜਾਣੀ। ਪਤਾ ਨਹੀਂ ਕਿੱਧਰ ਨੂੰ ਜਾਣਗੇ, ਨਾ ਕੋਈ ਥਾਂ ਹੈ ਨਾ ਕੋਈ ਟਿਕਾਣਾ ਹੈ, ਆਨੰਦਪੁਰ ਛੁੱਟ ਗਿਆ ਹੈ, ਨਾ ਕੋਈ ਹੁਣ ਨਾਲ ਹੈਗਾ ਇਹਦੇ ਜਾਣ ਪਛਾਣ ਵਾਲਾ, ਪਤਾ ਨਹੀਂ ਕਿੱਧਰ ਜਾਣਗੇ। ਆ ਖੱਚਰ ਦੇ ਦਿੰਦੇ ਆ, ਮੁੜੀ ਮੁੜੀ ਨਾ ਮੁੜੀ ਨਾ ਮੁੜੀ, ਇਸ ਕਰਕੇ ਇਹ ਖੱਚਰ ਤੇ ਹੀ ਕਾਠੀ ਪਾ ਕੇ ਲੈ ਆਉਂਦਾ ਹੈ ਜੀ। ਹੀਰੋ ਤੁਰਕਣ ਦੋ ਤਜ ਆਏ, ਕੀ ਜਾਣੇ ਅਬ ਕਿਤ ਚਲ ਜਾਏ। ਔਰ ਪਤਾ ਨਹੀਂ ਤੁਰਕਾਂ ਦੇ ਘੇਰੇ ਚੋਂ ਨਿਕਲ ਕੇ ਆਏ ਨਾ, ਹੁਣ ਪਤਾ ਨਹੀਂ ਕਿੱਧਰ ਨੂੰ ਜਾਣਗੇ। ਬੜੀ ਤੁਰੰਗਨ ਬਹੁਤਨ ਕੀਰੀ, ਤਿਸ ਦੇਵੇ ਕੀ ਸ਼ਕਤ ਨ ਮੇਰੀ। ਜਿਹੜੀ ਵੱਡੀ ਘੋੜੀ ਹੈ ਖਾਸ ਕਰਕੇ ਉੱਚੇ ਕੱਦ ਵਾਲੀ, ਉਹ ਤਾਂ ਬੜੀ ਕੀਮਤੀ ਹੈ, ਉਹ ਮੈਂ ਕਿਵੇਂ ਦੇਵਾਂ। ਏਵ ਵਿਚਾਰਤ ਗੁਰ ਡਿਗ ਆਇਓ, ਸੰਗ ਤੁਰੰਗਨ ਛੋਟੀ ਲਿਆਇਓ। ਇਸ ਤਰ੍ਹਾਂ ਚੱਲਦਾ ਚੱਲਦਾ ਉਸ ਖੱਚਰ ਨੂੰ ਜਾਂ ਛੋਟੀ ਘੋੜੀ ਮਧਰੇ ਕੱਦ ਵਾਲੀ ਕੋਈ ਹੈ, ਉਹਨੂੰ ਲੈ ਕਰਕੇ ਪਾਤਸ਼ਾਹ ਦੇ ਕੋਲ ਆਉਂਦਾ ਹੈ ਜੀ। ਕਰੀ ਕਰੀ ਜਬਿਆਨ ਅਗਾਰੀ, ਦੇਖਤ ਸਤਿਗੁਰ ਗਿਰਾ ਉਚਾਰੀ। ਜਿਸ ਵੇਲੇ ਉਸਨੇ ਉਹ ਖੱਚਰ ਜਿਹੜੀ ਹੈ ਸਤਿਗੁਰਾਂ ਦੇ ਸਾਹਮਣੇ ਲਿਆ ਕੇ ਖੜੀ ਕਰ ਦਿੱਤੀ, ਕਹਿੰਦਾ ਲਓ ਜੀ। ਸੁਣ ਪਤਾਹੀ ਲਗਤ ਟਵਾਣੀ, ਨੈ ਅਰੂੜ ਬੇਲਾਇਕ ਜਾਣੀ। ਪਾਤਸ਼ਾਹ ਕਹਿੰਦੇ ਓਏ ਇਹ ਘੋੜੀ ਥੋੜਾ ਹੀ ਹੈ, ਤਾਂ ਟਟਵਾਣੀ ਹੈ, ਭਾਵ ਖੱਚਰ ਦਾ ਦੂਜਾ ਨਾਮ ਇੱਕ ਹੋਰ ਹੁੰਦਾ, ਤਾਂ ਉਹੀ ਇਸ ਇਸਤਰੀ ਲਿੰਗ ਸ਼ਬਦ ਇੱਥੇ ਉਹਦਾ ਵਰਤਿਆ ਹੈ। ਤਾਂ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਤਾਂ ਖੱਚਰ ਆ, ਇਹ ਸਾਡੇ ਚੜਨ ਦੇ ਲਾਇਕ ਨਹੀਂ ਹੈਗੀ। ਐਸ ਵਾਰੀ ਹਮ ਕੈਸੀ, ਲਿਆਓ ਦਿਖਾਈ ਤੇ ਅਬ ਜੈਸੀ। ਇਹ ਕੀ ਲਿਆ ਕੇ ਵਿਖਾਇਆ ਤੂੰ ਮੈਨੂੰ, ਮੇਰੇ ਤਾਂ ਸਵਾਰੀ ਕਰਨ ਦੇ ਯੋਗ ਨਹੀਂ ਇਹ। ਜੋ ਬੜਵਾ ਤੁਝ ਸਦਨ ਬਡੇਰੀ, ਜਿਸ ਕੋ ਲਿਆਓ ਜਾਓ ਤਿਸ ਦੇਰੀ। ਉੱਚੇ ਕੱਦ ਵਾਲੀ ਘੋੜੀ ਖੜੀ ਸੀ ਕਾਲੇ, ਤੈਨੂੰ ਉਹ ਮੰਗਾਈ ਸੀਗੀ,
ਤੂੰ ਇਹ ਚੱਕ ਲਿਆਇਆ। हाथ जोर तब जाट उचारी मोर जमाता आए अगारी। ਔਰ ਇਸ ਨੇ ਫਰੇਬ ਕਰਦੇ ਆ, ਝੂਠ ਬੋਲਦੇ ਆ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਜੀ ਮੇਰੇ ਜਾਣ ਤੋਂ ਪਹਿਲਾਂ ਮੇਰਾ ਜਮਾਈ ਆਇਆ ਬੈਠਾ ਸੀ। इस पर जीन पाए चढ़ गयो अब लो हटने आवत पियो। ਉਹ ਘੋੜੀ ਲੈ ਕੇ ਪਤਾ ਨਹੀਂ ਕਿੱਧਰ ਚਲਿਆ ਗਿਆ, ਕਾਠੀ ਪਾ ਕੇ ਉਹ ਮੁੜਿਆ ਨਹੀਂ ਸੀ। क्या जाने सो कब चले है तब लो ठहरना तुम है। ਹੁਣ ਤੁਸੀਂ ਇੰਨਾ ਚਿਰ ਰੁਕ ਨਹੀਂ ਸਕਦੇ ਸੀ, ਉਹਦਾ ਕੀ ਪਤਾ ਕਦੋਂ ਮੁੜੇ। ਤੇ ਮਹਾਰਾਜ ਇਸ ਕਰਕੇ ਮੈਂ ਇਹ ਲਿਆਇਆ। सुनते जाटती गुर तब कहो क्यों बुलाओ कर भी चित चाहियो। ਪਾਤਸ਼ਾਹ ਕਹਿੰਦੇ ਤੂੰ ਝੂਠ ਬੋਲਦਾ, ਬੁਲਾਓ ਹੁੰਦਾ ਛਲ ਫਰੇਬ ਕਰਨਾ, ਝੂਠ ਬੋਲਣਾ, ਧੋਖਾ ਕਰਨਾ। ਪਾਤਸ਼ਾਹ ਕਹਿੰਦੇ ਬੁਲਾਓ ਕਰਦਾ ਤੂੰ, ਮੈਨੂੰ ਪਤਾ ਲੱਗਿਆ। कितक दूर ते हम दे मोर अगले ग्रामण ते ले और। ਉਹ ਤੇਰੀ ਘੋੜੀ ਇੱਥੋਂ ਲੈ ਕੇ ਅਸੀਂ ਅਗਲੇ ਪਿੰਡ ਤੱਕ ਜਾਣਾ ਸੀ, ਉੱਥੋਂ ਤੇਰੀ ਘੋੜੀ ਮੋੜ ਦਿੰਦੇ, ਗਾਹਾਂ ਤੋਂ ਸਾਨੂੰ ਹੋਰ ਮਿਲ ਜਾਂਦੀ। सुन पति बोलियो पुनपुर कहो सच में गुरु हजूर। ਬਲਕਿ ਦੁਬਾਰਾ ਫਿਰ ਕਹਿੰਦਾ ਨਹੀਂ ਨਹੀਂ ਮਹਾਰਾਜ ਮੈਂ ਝੂਠ ਨਹੀਂ ਬੋਲਦਾ, ਸੱਚੀ ਗੱਲ ਹੈ, ਉਹ ਘੋੜੀ ਮੇਰਾ ਜਵਾਈ ਲੈ ਗਿਆ। नहीं बुलाओ कर्ण को जानो ਗਿਓ ਜਮਾਤਾ ਲੀ ਕਰ ਮਾਨੋ। ਮੈਂ ਝੂਠ ਨਹੀਂ ਬੋਲਦਾ, ਇਹਦਾ ਮਤਲਬ ਸਹੁੰ ਪਾ ਦਿੱਤੀ, ਸਾਹਮਣੇ ਮੂੰਹ ਤੇ ਖੜੇ ਆ। ਕਹਿਣ ਲੱਗਿਆ ਜੀ ਮੈਂ ਕੋਈ ਛਲ ਫਰੇਬ ਨਹੀਂ ਕਰਦਾ, ਸੱਚੀ ਗੱਲ ਹੈ, ਜਵਾਈ ਲੈ ਗਿਆ। ਸ੍ਰੀ ਪ੍ਰਭ ਰਿਸ ਕਰ ਬਾਗੁਚਾਰਾ ਨਹਿ ਬੜਵਾ ਨਹਿ ਤੂੰ ਇਸ ਬਾਰਾ। ਚੰਗਾ ਜਾ ਫਿਰ, ਉਹ ਘੋੜੀ ਨੂੰ ਜਵਾਈ ਲੈ ਗਿਆ ਤੇ ਤੈਨੂੰ ਵੀ ਲੈ ਜਾਏਗਾ, ਨਾ ਤੂੰ ਬਚੇਗਾ ਨਾ ਤੇਰੀ ਘੋੜੀ ਬਚੇਗੀ। ਕਹੋ ਸਤਨਾਮ। ਨਾ ਤੂੰ ਤੇ ਨਾ ਤੇਰੀ ਘੋੜੀ, ਜਾ ਲੈ ਜਾ ਇਹਨੂੰ। ਪੂਰ ਕਹਿਣ ਤੀ ਦੋਨੋਂ ਗਏ ਇਨਕੇ ਸਤਿਗੁਰ ਚਾਲਤ ਪਏ। ਇਹ ਝੂਠ ਦਾ ਫਲ ਮਿਲੇਗਾ। ਤਬ ਪਤਾ ਕਮਨਿਓ ਕਰਮਾਹੀ ਲਗ ਬੜ ਵਾਲੇ ਕਰ ਸੰਗਤਾਹੀ। ਤੇ ਉਹ ਆਪਣੀ ਘੋੜੀ ਨੂੰ ਵਾਪਸ ਘਰੇ ਮੋੜ ਲਿਆਇਆ, ਉਸ ਖੱਚਰ ਨੂੰ ਲਿਆ ਕੇ ਪਾਸੇ ਤੇ ਬੰਨ੍ਹ ਦਿੱਤੀ ਹੈ। ਮਨ ਮੈਂ ਕਹੇ ਬੜੀ ਮੈਂ ਰਾਖੀ ਨਹੀਂ ਦੇਨੇ ਤੇ ਕੈਸੋ ਪਾਖੀ। ਚੱਲ ਚੰਗਾ ਹੋ ਗਿਆ ਯਾਰ, ਵੱਡੀ ਘੋੜੀ ਐਵੇਂ ਦੇ ਦਿੰਦੇ, ਪਤਾ ਨਹੀਂ ਕਿੱਧਰ ਜਾਂਦੇ, ਕਿੱਧਰੋਂ ਮੁੜਦੀ ਕਿ ਨਾ ਮੁੜਦੀ। ਚਲ ਕੋਈ ਗੱਲ ਨਹੀਂ, ਨਹੀਂ ਦਿੱਤੀ ਤੇ ਨਾ ਸਹੀ। ਜਦ ਪਹੁੰਚੋ ਆਪਣੇ ਕਰ ਜਾਏ ਲਗ ਘੋੜੀ ਕੋ ਬੰਦ ਬਣਾਏ। ਤੇ ਉਹ ਗੱਲਾਂ ਕਰਦਾ ਜਾਂਦਾ ਮਨ ਦੇ ਨਾਲ ਹੀ ਰਸਤੇ ਵਿੱਚ। ਤੇ ਜਦੋਂ ਘਰੇ ਪਹੁੰਚਿਆ ਤੇ ਉਹ ਖੱਚਰ ਲਿਜਾ ਕੇ ਕਿੱਲੇ ਤੇ ਬੰਨ੍ਹਦਾ। ਅੰਤਰ ਭਰਿਓ ਬੜੀ ਜੈ ਖਰੀ ਦਸੀ ਸਰਬ ਸੋ ਤਤ ਛਿਨ ਮਰੀ। ਜਿੱਥੇ ਤਵੇਲੇ ਵਿੱਚ ਗਿਆ ਸੀ, ਜਿੱਥੇ ਘੋੜੀ ਬੰਨੀ ਹੋਈ ਸੀ ਵੱਡੀ, ਜਦ ਉਹਨੂੰ ਵੇਖਣ ਵਾਸਤੇ ਗਿਆ ਤੇ ਉਹ ਧਰਤੀ ਤੇ ਲੰਮੀ ਪਈ ਆ। ਅਸਲ ਦੇ ਵਿੱਚ ਉਹ ਮਰ ਚੁੱਕੀ ਸੀ ਤੇ ਇਹ ਠੇਡਾ ਮਾਰ ਕੇ ਉਸ ਨੂੰ ਖੜੀ ਕਰਨ ਲੱਗਿਆ। ਮਰੀ ਨਾ ਜਾਣੀ ਬੈਠ ਰਹੀ ਆਪਣੇ ਮਨ ਮਾਨੀ। ਔਰ ਇਸ ਨੇ ਵੇਖਿਆ ਵੀ ਇਹ ਘੋੜੀ ਕਿਉਂ ਬੈਠ ਗਈ ਆ। ਲਗਭਗ ਘੋੜੇ ਬਹੁਤ ਘੱਟ ਬਹਿੰਦੇ ਆ, ਜਦੋਂ ਬਿਮਾਰ ਹੋਣ ਭਾਵੇਂ ਫਿਰ ਇਹ ਪਲਸੇਟਾ ਮਾਰ ਕੇ ਆਪਣੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ। ਘੋੜੇ ਆਪਣੀ ਦਵਾਈ ਆਪ ਵੀ ਕਰ ਲੈਂਦੇ ਆ ਕਈ ਵਾਰੀ, ਤਾਂ ਬਹੁਤ ਘੱਟ ਬਹਿੰਦੇ ਨੇ। ਇਹਨੇ ਜਦ ਵੇਖਿਆ ਹਨੇਰੇ ਦਾ, ਕਮਰੇ ਵਿੱਚ ਹਨੇਰਾ ਸੀ ਤਵੇਲੇ ਵਿੱਚ, ਘੋੜਿਆਂ ਵਾਸਤੇ ਇਕੱਲੇ ਇਕੱਲੇ ਵਾਸਤੇ ਕਮਰਾ ਬਣਾਇਆ ਹੁੰਦਾ, ਥੱਲੇ ਰੇਤਾ ਸਿੱਟਿਆ ਹੁੰਦਾ ਉਹਨਾਂ ਦੇ ਪੈਰਾਂ ਨੂੰ ਸਹੀ ਰੱਖਣ ਵਾਸਤੇ। ਜਦੋਂ ਕਮਰੇ 'ਚ ਗਿਆ, ਕਮਰੇ ਵਿੱਚ ਹਨੇਰਾ ਸੀ ਤੇ ਉਹ ਘੋੜੀ ਨੂੰ ਲੰਬੀ ਪਈ ਜਾਂ ਬੈਠੀ ਦੇਖਿਆ ਇਸਨੇ। ਗੋਡਾ ਮਾਰਿਓ ਬਾਰ ਬਾਰ ਮੁਕਤੀ ਚਟਕਾਰਿਓ। ਔਰ ਇਸ ਨੇ ਉਸ ਘੋੜੀ ਨੂੰ ਵੇਖਣ ਵਾਸਤੇ, ਖੜੀ ਕਰਨ ਵਾਸਤੇ ਆਪਣਾ ਗੋਡਾ ਠੇਡਾ ਪੈਰ ਦਾ ਮਾਰਨਾ ਕੀਤਾ ਹੈ ਔਰ ਉਸ ਨੂੰ ਪੁਚਕਾਰਦਾ ਹੈ। ਹੋਰੀ ਨਿਕਟ ਸਰਬ ਤੈ ਫਿਰਿਓ ਤਤ ਚਿਨ ਡਸਨ ਚਾਟ ਕੋ ਕਰਿਓ। ਬਸ ਫਿਰ ਸਾਧ ਜੇ ਬੋਲੇ ਸਹਿਜ ਸੁਭਾਏ, ਸਾਧ ਕਾ ਬੋਲਿਆ ਬਿਰਥਾ ਨਾ ਜਾਏ। ਠੇਡਾ ਇਹਨੇ ਘੋੜੀ ਦੇ ਮਾਰਿਆ, ਉਹ ਵੱਜਿਆ ਸੱਪ ਦੇ ਜਾ ਕੇ। ਕਹੋ ਸਤਨਾਮ। ਤੇ ਸੱਪ ਨੇ ਲੈਂਦੇ ਨੇ ਇਹਦੇ ਡੰਗ ਮਾਰ ਦਿੱਤਾ ਤੇ ਤੁਰੰਤ ਹੀ ਇਹ ਵੀ ਉੱਥੇ ਹੀ ਮਰ ਗਿਆ। ਹਾਏ ਹਾਏ ਕਰ ਬਾਹਰ ਆਇਓ ਦਵੈ ਕਟਕਾ ਮੈਂ ਪ੍ਰਾਣ ਗਵਾਇਓ। ਔਰ ਸੱਪ ਦਾ ਜ਼ਹਿਰ ਬੜਾ ਭਿਆਨਕ ਸੀ। 2 ਘੜੀਆਂ ਦੇ ਵਿੱਚ ਹੀ ਉਹ ਸੱਪ ਜਿਹੜਾ ਹੈ ਭਿਆਨਕ ਜ਼ਹਿਰ ਦੇ ਨਾਲ ਜਿਹੜਾ ਇਹ ਫੱਤਾ ਜੱਟ ਮਰ ਗਿਆ ਹੈ। ਮਮੋ ਰੱਖੋ ਭਿਓ ਬਿਨਾਸ਼ੀ ਕਹਿਓ ਝੂਠ ਸਤਿਗੁਰ ਕੀ ਪਾਸੀ। ਇਹਨੇ ਸਤਿਗੁਰਾਂ ਦੇ ਕੋਲ ਜਾ ਕੇ ਝੂਠ ਬੋਲਿਆ ਸੀ, ਇਉਂ ਦੁਸ਼ਟ ਦਾ, ਇਸ ਮੂਰਖ ਦਾ ਵਿਨਾਸ਼ ਹੋਇਆ ਜੀ। ਸਤੀ ਪ੍ਰੰਕ ਪ੍ਰਭੂ ਤਲ ਚਾਲੇ ਸ਼ਿਆਮ ਚਾਦਰਾ ਓੜ ਵਿਸਾਲੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਉਸੇ ਤਰ੍ਹਾਂ ਪਲੰਘੇ ਤੇ ਬੈਠੇ ਹੋਏ, ਨੀਲੇ ਬਸਤਰ ਪਹਿਨੇ, ਨੀਲਾ ਚੋਲਾ, ਨੀਲਾ ਚਾਦਰਾ, ਉਸ ਦੀ ਬੁੱਕਲ ਮਾਰੀ ਹੋਈ ਹੈ, ਅੱਗੇ ਜਾ ਰਹੇ ਹਨ। ਦੇਖ ਦੇਖ ਨਰ ਹਿੰਦੂ ਤੁਰਕਾ, ਭੀਮ ਪਛਾਣ ਸਕੇ ਨ ਗੁਰ ਕਾ। ਔਰ ਰਸਤੇ ਵਿੱਚ ਬਹੁਤ ਲੋਕ ਟੱਕਰਦੇ ਆ, ਪਰ ਕਿਸੇ ਨੂੰ ਪਛਾਣ ਨਹੀਂ ਆਉਂਦੀ ਵੀ ਕੌਣ ਜਾ ਰਿਹਾ ਪਲੰਘੇ ਤੇ। ਔਰ ਪੰਖ ਕਾ ਮੁੱਠਾ ਫਿਰੈ, ਹੈ ਕੋ ਬਡੋ ਪੁਰਖ ਲਖ ਪਰੈ। ਔਰ ਇਹਨਾਂ ਕੁ ਵੇਖਦੇ ਆ ਵੀ ਇਹਦੇ ਉੱਤੇ ਕੋਈ ਚੌਰ ਕਰਦਾ ਜਾ ਰਿਹਾ, ਲੱਗਦਾ ਤਾਂ ਕੋਈ ਮਹਾਂਪੁਰਖ ਹੈ। ਆਏ ਨਿਕਟ ਕੋ ਬੰਧਨ ਕਰੀ, ਨਿਸ਼ਚੈ ਕੋਈ ਨਹੀਂ ਮਨ ਮੈਂ ਧਰੀ। ਔਰ ਤਸੱਲੀ ਕਿਸੇ ਦੀ ਨਹੀਂ ਹੁੰਦੀ ਕੌਣ ਹੈ, ਪਰ ਮੱਥਾ ਸਾਰੇ ਟੇਕਦੇ ਆ ਜਾਂਦੇ ਜਾਂਦੇ। ਇਸੀ ਪ੍ਰਕਾਰ ਗਵਨ ਤੇ ਆਈ, ਚਲਤ ਗ੍ਰਾਮ ਹੀਰ ਨਿਹਾਰੀ। ਨਿਆਰਾਏ ਹੁੰਦਾ ਨੇੜੇ। ਇਸ ਤਰ੍ਹਾਂ ਚੱਲਦੇ ਚੱਲਦੇ ਹੇਹਰ ਪਿੰਡ ਆਇਆ, ਉੱਥੇ ਪਹੁੰਚੇ ਹਨ। ਨਬੀ ਗਨੀ ਸਨ ਤਬ ਗੁਰ ਕਹੈ, ਇਹਾ ਕਿਰਪਾਲ ਉਦਾਸੀ ਰਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਗਣੀ ਖਾਂ ਨਬੀ ਖਾਂ ਨੂੰ, ਬਈ ਇੱਥੇ ਇੱਕ ਸਾਡਾ ਮਿੱਤਰ ਰਹਿੰਦਾ ਸਾਧ ਕਿਰਪਾਲ ਦਾਸ। ਰਬ ਅਸਤਿਓ ਸੰਧਿਆ ਅਬ ਹੋਈ, ਡੇਰਾ ਕਰਿਓ ਚੌਤਲ ਸੋਈ। ਚਲੋ ਆਪਾਂ ਕਿਰਪਾਲ ਸਾਧੂ ਦੇ ਕੋਲੇ ਡੇਰਾ ਕਰਾਂਗੇ ਅੱਜ। ਬਹੁਤ ਦੂਰ ਹੀ ਅਬ ਚਲੇ ਆਏ, ਅਗਰ ਗਮਨ ਅਬ ਨਹਿ ਬਨ ਆਏ। ਬਹੁਤ ਆਪਾਂ ਪੈਂਡਾ ਤੈਅ ਕੀਤਾ ਹੈ, ਉਤੋਂ ਹਨੇਰਾ ਵੀ ਹੋ ਜਾਣਾ ਹੈ, ਰਾਤ ਪੈ ਜਾਣੀ ਆ। ਅੱਜ ਦੀ ਰਾਤ ਆਪਾਂ ਉਹ ਸਾਧੂ ਕੋਲੇ ਕੱਟਦੇ ਹਾਂ। ਇਹਾ ਜਾਮਨੀ ਬਸੇ ਬਤਾਵੈ, ਉੱਡ ਪ੍ਰਭਾਤ ਕੋ ਅਗਰ ਸਿਧਾਵੈ। ਇੱਥੇ ਰਾਤ ਬਤੀਤ ਕਰਕੇ ਕੱਲ ਨੂੰ ਅੱਗੇ ਜਾਵਾਂਗੇ। ਤੁਮ ਵੀ ਇਸ ਥਲ ਤੇ ਜਗ ਜਾਵੋ, ਮਿਲ ਬਿਰਾਦਰੀ ਨਿਜ ਦਿਖਰਾਵੋ। ਤੇ ਨਾਲੇ ਤੁਸੀਂ ਵੀ ਇੱਥੋਂ ਮੁੜ ਜਿਓ, ਕੱਲ ਨੂੰ ਅਸੀਂ ਇੱਥੋਂ ਅੱਗੇ ਜਾਵਾਂਗੇ। ਪਲੰਘਾ ਇਦੋਂ ਗਾਹਾਂ ਨਹੀਂ ਲੈ ਕੇ ਜਾਂਦੇ ਆਪਾਂ, ਕੋਈ ਇੰਤਜ਼ਾਮ ਕਰ ਲਾਂਗੇ ਘੋੜੇ ਘੋੜੀਆਂ ਦਾ। ਇਸ ਕਰਕੇ ਤੁਸੀਂ ਵੀ ਇੱਥੇ ਆਪਣੇ ਸਰੀਕੇ ਵੱਲ, ਆਪਣੀ ਬਰਾਦਰੀ ਭਰਾਵਾਂ ਵੱਲ ਵਾਪਸ ਮੁੜ ਜਾਓ ਜੀ। ਆਗੇ ਗਮਨ ਸੁਗਮ ਹੀ ਹੈ, ਜੰਗਲ ਦੇਸ਼ ਗੁਰੂ ਸਿੱਖ ਰਹੈ। ਔਰ ਅੱਗੇ ਆ ਗਿਆ ਸਾਡਾ ਮਾਲਵਾ, ਜਿਸ ਨੂੰ ਮਾਲਵਾ ਪਾਤਸ਼ਾਹ ਨੇ ਬਠਿੰਡੇ ਦੇ ਕਿਲੇ ਵਿੱਚ ਆ ਕੇ ਕਿਹਾ, ਕਹੋ ਸਤਨਾਮ। ਉਸ ਤੋਂ ਪਹਿਲਾਂ ਇਹਨੂੰ ਜੰਗਲ ਦਾ ਇਲਾਕਾ ਕਹਿੰਦੇ ਸੀਗੇ। ਤਾਂ ਇੱਥੇ ਆ ਗਏ ਹੁਣੇ ਲੁਧਿਆਣੇ ਦੇ ਇਲਾਕੇ ਦੇ ਨੇੜੇ, ਹੇਹਰ ਪਿੰਡ ਦੇ ਨੇੜੇ। ਪਾਤਸ਼ਾਹ ਕਹਿਣ ਲੱਗੇ ਇਹ ਆ ਗਿਆ ਜੰਗਲ ਦਾ ਇਲਾਕਾ, ਇੱਧਰ ਸਾਡੇ ਸਿੱਖ ਬਹੁਤ ਵਸਦੇ ਹਨ। ਸੁਰਤ ਖਾਨ ਬੋਲੀ ਤਬ ਅਰਜੀ, ਹਮ ਅਨੁਸਾਰ ਆਪ ਕੀ ਮਰਜ਼ੀ। ਔਰ ਗਣੀ ਖਾਂ ਨਬੀ ਖਾਂ ਹੱਥ ਬੰਨ ਕੇ ਕਹਿੰਦੇ ਮਹਾਰਾਜ ਜਿਵੇਂ ਤੁਹਾਡੀ ਇੱਛਾ, ਅਸੀਂ ਤੁਹਾਡੀ ਮਰਜ਼ੀ ਮੁਤਾਬਕ ਚੱਲਾਂਗੇ। ਜੇ ਹਮ ਬਿਨ ਨੈ ਸਰੇ ਅਗਾਰੀ, ਹਟ ਆਵੇ ਦੋਇ ਦਿਵਸ ਪਿਛਾਰੀ। ਜੇ ਮਹਾਰਾਜ ਅੱਗੇ ਵੀ ਲੈ ਕੇ ਜਾਣਾ ਤਾਂ ਲੈ ਚੱਲੋ, ਕੋਈ ਗੱਲ ਨਹੀਂ, 2 ਦਿਨਾਂ ਬਾਅਦ ਮੁੜ ਆਵਾਂਗੇ। ਚੇਤਕ ਸੇਵਾ ਬਨੇ ਤੁਹਾਰੀ, ਪਰਮ ਲਾਭ ਕਲਿਆਣ ਹਮਾਰੀ। ਜਿੰਨੀ ਕੁ ਸੇਵਾ ਅਸੀਂ ਆਪ ਜੀ ਦੀ ਕਰ ਸਕਦੇ ਹਾਂ, ਸਾਡਾ ਭਲਾ ਹੀ ਆ। ਹਿਮ ਬੋਲਤ ਮਾਗੋ ਲਗਿਓ ਸਾਰਾ, ਥਾਨੋ ਦਾਸੀ ਪਹੁੰਚ ਨਿਹਾਰਾ। ਇਉਂ ਗੱਲਾਂ ਬਾਤਾਂ ਕਰਦੇ ਕਰਦੇ ਉਸ ਪਲੰਘੇ ਨੂੰ ਲੈ ਕੇ ਉਸ ਕਿਰਪਾਲ ਉਦਾਸੀ ਦੇ ਡੇਰੇ ਚਲੇ ਗਏ ਜੀ। ਸੁਣੀ ਕਾਨ ਮੇ ਸਾਧ ਕਿਰਪਾਲ, ਅਨ ਪਹੁੰਚੇ ਗੁਰੂ ਕਿਰਪਾਲ। ਤੇ ਜਦੋਂ ਉਹ ਸਾਧੂ ਨੂੰ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਡੇਰੇ 'ਚ ਆ ਰਹੇ ਹਨ, ਬੜਾ ਖੁਸ਼ ਹੋਇਆ। ਉਠਿਓ ਸ਼ੀਘਰ ਹੀ ਬਾਹਰ ਆਇਓ, ਚਰਨ ਸਰੋਜਨ ਕੋਲ ਪਟਾਇਓ। ਭੱਜ ਕੇ ਡੇਰੇ ਤੋਂ ਬਾਹਰ ਆਇਆ ਹੈ ਤੇ ਪਲੰਘੇ ਉੱਤੇ ਬੈਠੇ ਸਤਿਗੁਰਾਂ ਦੇ ਹੀ ਚਰਨਾਂ 'ਚ ਨਮਸਕਾਰ ਕਰਦਾ ਜੀ। ਉਤਰੋ ਪ੍ਰਭੂ ਆਪ ਕੋ ਡੇਰਾ, ਮੁਝ ਕੋ ਜਾਣ ਲੀਜੀਏ ਚੀਰਾ। ਆਓ ਆ ਮਹਾਰਾਜਾ, ਤਾਂ ਕਮਾਲ ਹੀ ਹੋ ਗਈ, ਮੈਨੂੰ ਆਪਣਾ ਸੇਵਕ ਜਾਣੋ, ਆਓ ਇਸ ਡੇਰੇ ਵਿੱਚ ਚਰਨ ਪਾਓ। ਹਰ ਬਿਨਤੀ ਉਤਰਾਏ ਬਿਰੰਕਾ, ਦੇ ਅੰਤਰ ਕੋ ਗਿਓ ਨਿਸ਼ੰਕਾ। ਇਸ ਤਰ੍ਹਾਂ ਸਤਿਗੁਰਾਂ ਦਾ ਪਲੰਘਾ ਆਪਣੇ ਡੇਰੇ ਵਿੱਚ ਉਤਾਰਿਆ, ਸਤਿਗੁਰਾਂ ਨੂੰ ਅੰਦਰ ਲੈ ਗਿਆ ਹੈ ਜੀ। ਉਤਰ ਪਰੇ ਕੀ ਨਸ ਗੁਰ ਡੇਰਾ, ਆਏ ਸਾਧ ਸਭ ਦਰਸ਼ਨ ਹੀਰਾ। ਔਰ ਸਤਿਗੁਰਾਂ ਦਾ ਡੇਰਾ ਇੱਕ ਚੰਗੇ ਪਲੰਘੇ ਉੱਤੇ ਵਿਛਾਈ ਕਰਵਾ ਕੇ ਇਹਨੇ ਕਰਵਾਇਆ ਹੈ। ਔਰ ਇਹਦੇ ਸੰਗੀ ਸਾਥੀ ਸਾਧੂ ਆ ਕੇ ਨਮਸਕਾਰਾਂ ਕਰਨ ਲੱਗੇ ਜੀ। ਕਰ ਕਰ ਬੰਧਨ ਬੈਠੇ ਪਾਸੇ, ਕਿਤ ਕਲੋ ਕਰ ਸਾਧ ਉਦਾਸੀ। ਔਰ ਸਤਿਗੁਰਾਂ ਦੇ ਕੋਲ ਨਗਰ ਦੇ ਲੋਕ ਵੀ ਆ ਗਏ ਤੇ ਸਾਧੂ ਵੀ ਬੈਠੇ ਹਨ। ਦੀਨ ਸਿੰਘ ਅਰ ਦੋਏ ਪਠਾਨਾ, ਕਹਿਓ ਬਾਕ ਸ਼੍ਰੀ ਗੁਰ ਭਗਵਾਨ। ਤੇ ਆਪਣੇ 5 ਸੇਵਕਾਂ ਨੂੰ, ਗਣੀ ਖਾਂ ਨਬੀ ਖਾਂ ਤੇ 3 ਸਿੰਘਾਂ ਨੂੰ ਪ੍ਰੀਤਮ ਕਹਿੰਦੇ। ਮਾਨ ਸਿੰਘ ਤੁਮ ਨਿਸ਼ਾ ਮਜਾਰਾ, ਗਏ ਹੋ ਤੋ ਹਿਤ ਕਰਨ ਆਹਾਰਾ। ਹਾਂ, ਇੱਥੇ ਗੱਲ ਕਰਦੇ ਆ
ਕਹਿੰਦੇ ਤੁਸੀਂ ਗਏ ਸੀ ਉਹਨਾਂ ਦੇ ਤੁਰਕਾਂ ਦੇ ਲੰਗਰ ਵਿੱਚ ਭੋਜਨ ਛਕਣ ਵਾਸਤੇ। तब हम तुम संग भाग्यो जैसे है कि नहीं मन सिमरन तैसे। ਸੋਨੂੰ ਕਿਹਾ ਸੀ ਥੋੜਾ ਜਿਹਾ ਭੋਜਨ ਪੱਲੇ 'ਚ ਬੰਨ ਕੇ ਲਿਆਇਓ। तब तीनों कर जोर बखाना हुक्म मान पाली बंद आना। ਉਹ ਕਹਿੰਦੇ ਜੀ ਲਿਆਂਦਾ ਅਸੀਂ ਥੋੜਾ ਥੋੜਾ ਪੱਲੇ ਬੰਨ ਕੇ। सिमरन राबर करो न कोई बंध्यो रहो अबली तिम सोई। ਤੁਸੀਂ ਕਿਹਾ ਸੀ ਜਦੋਂ ਮੰਗਾਂਗੇ ਉਦੋਂ ਦਿਓ, ਇਸ ਕਰਕੇ ਤੁਸੀਂ ਰਾਹ 'ਚ ਮੰਗਿਆ ਹੀ ਨਹੀਂ ਤੇ ਆ ਲਓ ਮਹਾਰਾਜ। अब तीनों ने बांध्यो पाले हुक्म होए तो दे दिखा ले। ਹਾਂ ਦੇਈਏ ਮਹਾਰਾਜ ਕੱਢ ਕੇ ਫਿਰ। स्वर्ग के श्री मुक्ति फरमाई अब सब ही को देव दिखाई। ਬਾਦਸ਼ਾਹ ਕਹਿੰਦੇ ਵਿਖਾਓ ਸਾਰਿਆਂ ਨੂੰ ਖੋਲ ਕੇ ਕੀ ਹੈ ਪੱਲੇ ਵਿੱਚ। क्या तुम खायो जानो जाए संसे तुमरे और बिलसाए। ਤੁਹਾਡਾ ਵੀ ਸ਼ੰਕਾ ਕੱਢ ਦਈਏ ਵੀ ਤੁਸੀਂ ਤੁਰਕਾਂ ਦੇ ਲੰਗਰ ਵਿੱਚ ਕੀ ਖਾ ਕੇ ਆਏ ਹੋ। अब तीनों खोलर कर पाले कर कर तल पे सबन दिखा ले। ਔਰ ਉਹਨਾਂ ਨੇ ਆਪਣੇ ਪਰਨਿਆਂ ਦੇ ਪੱਲਿਆਂ ਵਿੱਚ ਬੰਨਿਆ ਸੀ ਥੋੜਾ ਥੋੜਾ ਜੋ ਵੀ ਬਣਿਆ ਸੀਗਾ ਉਹਨਾਂ ਦਾ, ਉਹ ਏਦਾਂ ਕਰਕੇ ਬੰਨ ਲਿਆ ਤੇ ਜਦ ਖੋਲਿਆ ਕੀ ਵੇਖਦੇ ਹਨ। स्वाद तिहावल जिसमें खाए अब पर को तिसमें ते लियाए। ਮਹਾਰਾਜ ਜਦੋਂ ਅਸੀਂ ਖਾਧਾ ਉਦੋਂ ਤਾਂ ਕੜਾਹ ਪ੍ਰਸ਼ਾਦ ਵਰਗਾ ਲੱਗਿਆ ਸੀ ਸਾਨੂੰ, ਤੇ ਹੁਣ ਤੁਸੀਂ ਦੇਖੋ ਕੀ ਹੈ ਇਹ। ईर सर्व ही कहे कराहो संसे कहाँ करो इस समाहो। ਸਾਰਿਆਂ ਨੂੰ ਵਿਖਾਇਆ ਤੇ ਦੂਜੇ ਸਾਧ ਵੀ ਦੇਖ ਕੇ ਕਹਿੰਦੇ ਕੜਾਹ ਤਾਂ ਹੈਗਾ ਇਹ, ਪਰ ਉੱਥੇ ਤੁਰਕਾਂ ਨੇ ਕਿਹੜਾ ਕੜਾਹ ਬਣਾਇਆ ਸੀ। ਕੋਈ ਸਤਨਾਮ, ਉਹਨਾਂ ਨੇ ਤਾਂ ਮਾਸ ਬਣਾਇਆ ਸੀਗਾ ਤੇ ਆਪਣੇ ਹਿਸਾਬ ਦੇ ਨਾਲ ਉਹਨਾਂ ਨੇ ਆਪਣੇ ਬੱਕਰੇ ਵੱਢੇ ਸਨ, ਜਿਸ ਤਰ੍ਹਾਂ ਆਪਦਾ ਮੰਤਰ ਪੜ੍ਹ ਕੇ ਬਣਾਉਂਦੇ ਆ। ਤੇ ਗੁਰੂ ਸਾਹਿਬ ਨੂੰ ਪੁੱਛਿਆ ਸੀ ਮਹਾਰਾਜ ਹੁਣ ਇਹਨਾਂ ਦੇ ਭੋਜਨ ਵਿੱਚ ਜੇ ਮਾਸ ਬਣਿਆ ਹੋਇਆ ਤੇ ਤੁਸੀਂ ਕਹਿੰਦੇ ਵੀ ਆਪਾਂ ਇਹਨਾਂ ਦਾ ਬਣਾਇਆ ਖਾਣਾ ਨਹੀਂ, ਤੇ ਹੁਣ ਕੀ ਕਰੀਏ। ਤੇ ਪਾਤਸ਼ਾਹ ਕਹਿੰਦੇ ਸ੍ਰੀ ਸਾਹਿਬ ਭੇਟ ਕਰਕੇ ਵਿੱਚ ਇਹਦੇ ਸਤਨਾਮ ਕਹਿ ਦਿਓ ਤੇ ਵਾਹਿਗੁਰੂ ਛਕ ਲਿਓ, ਤੁਹਾਨੂੰ ਕੋਈ ਇਹਦਾ ਜਿਹੜਾ ਹੈ ਕੋਈ ਕਰਮ ਪਾਪ ਨਹੀਂ ਲੱਗੇਗਾ। ਔਰ ਜਦੋਂ ਕਹਿੰਦੇ ਉਹਨਾਂ ਨੇ ਉਸ ਵੇਲੇ ਉੱਥੇ ਬਹਿ ਕੇ ਖਾਧਾ ਤੇ ਉਹਨਾਂ ਨੂੰ ਸਵਾਦ ਵੀ ਕੜਾਹ ਪ੍ਰਸ਼ਾਦ ਵਰਗਾ ਲੱਗਿਆ। ਔਰ ਸਤਿਗੁਰਾਂ ਨੇ ਇੱਥੇ ਇੱਕ ਬਚਨ ਵੀ ਕਿਹਾ, ਆਪਾਂ ਇਹ ਘਰੇ ਵੀ ਵਰਤ ਸਕਦੇ ਹਾਂ। ਭੋਜਨ ਦੇ ਵਿੱਚ ਪਾਵਰ ਆਉਂਦੀ ਹੈ, ਸ਼ੁੱਧ ਹੋ ਜਾਂਦਾ ਹੈ। ਤਾਂ ਪ੍ਰਸਾਦ ਭਰਮ ਕਾ ਨਾਸ, ਸ੍ਰੀ ਸਾਹਿਬ ਰੱਖੋ ਰਸੋਈ ਦੇ ਵਿੱਚ, ਉਹਨੂੰ ਭੋਜਨ ਵਿੱਚ ਭੇਟ ਕਰਕੇ ਕਹੋ ਤਬ ਪ੍ਰਸਾਦ ਤੇਰੀ ਕਿਰਪਾ ਸਦਕਾ ਭਰਮ ਕਾ ਨਾਸ, ਸਾਰੇ ਭਰਮਾਂ ਦਾ ਖਾਤਮਾ ਹੋਵੇ ਤੇ ਪ੍ਰਸ਼ਾਦ ਜਿਹੜਾ ਹੈ ਭੋਜਨ ਜਿਹੜਾ ਹੈ ਇਹ ਵਾਕਿਆ ਹੀ ਪ੍ਰਸ਼ਾਦ ਬਣ ਜਾਵੇ, ਟੌਣਕ ਬਣ ਜਾਵੇ, ਸਰੀਰ ਨੂੰ ਸ਼ਕਤੀ ਦੇਵੇ, ਚੰਗਾ ਹੀ ਸਾਡੇ ਅੰਦਰ ਇਹ ਕਿਰਪਾ ਕਰੇ। ਤੋ ਪਾਤਸ਼ਾਹ ਕਹਿਣ ਲੱਗੇ ਪੁੱਛੋ ਸਾਰਿਆਂ ਨੂੰ ਕੀ ਹੈ ਇਹ। ਜਦ ਪੱਲੇ ਖੋਲੇ ਸਾਰੇ ਸਾਧੂਆਂ ਨੇ ਦੇਖਿਆ, ਕਹਿੰਦੇ ਜੀ ਪ੍ਰਸ਼ਾਦ ਹੈ। श्री गुर अरहर साधु दासी देखत संसे कीन बिनासी। ਫਿਰ ਉੱਥੇ ਗੱਲ ਵੀ ਚੱਲੀ ਹੋਣੀ ਹੈ ਵੀ ਜੀ ਕੀ ਗੱਲ ਹੋਈ, ਤੇ ਫਿਰ ਦੱਸੀ ਸਾਰੀ ਗੱਲ ਤੇ ਸਾਧੂਆਂ ਦੇ ਵੀ ਸ਼ੰਕੇ ਨਿਵਰਤ ਹੋ ਗਏ ਤੇ ਇਹਨਾਂ ਸਿੰਘਾਂ ਦੇ ਵੀ ਹੋ ਗਏ। नबी गनी का को तिस काला लख कर सेव प्रसन्न विशाला। ਔਰ ਪਾਤਸ਼ਾਹ ਜੀ ਨੇ ਖੁਸ਼ੀ ਵਿੱਚ ਆ ਕੇ ਗਣੀ ਖਾਂ ਨਬੀ ਖਾਂ ਨੂੰ ਕੀ ਦਿੱਤਾ ਹੈ। कंचन कंगन जरे जरावना बख्शन करे हृदय हर खावना। ਔਰ ਆਪਣੇ ਹੱਥ ਵਿੱਚੋਂ ਸੋਨੇ ਦੇ ਕੜੇ ਸੀ ਦੋ ਪਾਏ ਹੋਏ, ਦੋਨਾਂ ਨੂੰ ਇੱਕ ਇੱਕ ਦੇ ਦਿੱਤਾ ਖੁਸ਼ੀ ਵਿੱਚ। पावर पटाका बदलिक दीना सब संगत पर आज्ञा कीना। ਫਿਰ ਹੁਕਮਨਾਮਾ ਲਿਖ ਦਿੱਤਾ ਹੈ, ਵਿੱਚ ਲਿਖਿਆ ਇਹ ਗਨੀ ਖਾਂ ਨਬੀ ਖਾਂ ਮੇਰੇ ਪੁੱਤਰ ਹਨ। ਕਹੋ ਸਤਨਾਮ। ਗਨੀ ਖਾਂ ਨਬੀ ਖਾਂ ਮੇਰੇ ਪੁੱਤਰ ਹਨ। ਸਿੱਖ ਸੰਗਤਾਂ ਨੂੰ ਇਹ ਮੇਰਾ ਹੁਕਮ ਹੈ ਕਿ ਇਹਨਾਂ ਦੀ ਸੰਭਾਲ ਮੇਰੇ ਪੁੱਤਰਾਂ ਵਾਂਗੂ ਕਰਨੀ ਆ। ਕਹੋ ਸਤ। ਇਹ ਨਹੀਂ ਕਿਹਾ ਕਬਰ ਤੇ ਮੱਥਾ ਟੇਕਣ ਨੂੰ, ਸਾਨੂੰ ਸਤਕਾਰ ਉਹਨਾਂ ਦੇ ਕੁੱਲ ਦਾ, ਉਹਨਾਂ ਦੇ ਪਰਿਵਾਰ ਦਾ ਕਰਨ ਦਾ ਹੁਕਮ ਹੋਇਆ। ਕਹੋ ਸਤਨਾਮ। ਚਲੋ ਉਹਨਾਂ ਦੀ ਜਿਹੜੀ ਰੀਤ ਹੈ ਮੁਸਲਮਾਨੀ ਮਤ ਦੀ, ਉਹਨਾਂ ਨੇ ਕਬਰਾਂ ਬਣਾਉਣੀਆਂ ਸੀ ਕਿਉਂਕਿ ਉਹਨਾਂ ਨੂੰ ਦਫਨਾਉਣਾ ਹੀ ਪੈਣਾ ਸੀ, ਕਿਉਂਕਿ ਮੁਸਲਮਾਨੀ ਮਤ 'ਚ ਪੈਦਾ ਹੋਏ ਆ। ਪਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦੇ ਆ, ਖਾਲਸਾ ਪੁੱਤਰ ਹੈ, ਉੱਥੇ ਗਨੀ ਖਾਂ ਨਬੀ ਖਾਂ ਨੇ ਉਹ ਕੰਮ ਕੀਤਾ ਜਿਹੜਾ ਪੁੱਤਰ ਕਰਦੇ ਆ। ਕਹੋ ਸਤਨਾਮ। ਇਸਾ ਕਾਰਜ ਉਹਨਾਂ ਨੇ ਕੀਤਾ ਤੇ ਪਾਤਸ਼ਾਹ ਜੀ ਨੇ ਇਹ ਹੁਕਮਨਾਮਾ ਲਿਖ ਕੇ ਦਿੱਤਾ ਹੈ। ਕੀ ਕਹਿੰਦੇ ਤੋ ਸਿੱਖੋ ਇਹਨਾਂ ਨੂੰ ਵੀ ਮੇਰੇ ਸਿੱਖ ਜਾਣੋ, ਮੇਰੇ ਪਿਆਰੇ ਜਾਣੋ, ਇਹਨਾਂ ਦਾ ਸਤਿਕਾਰ ਕਰੋ। ਸੰਗਤ ਦੇ ਸੇਵ ਮਮ ਸਟਾ ਕਰੇ ਵਿਦਾਲਿਕ ਦੀਨ ਸਪਟਾ। ਔਰ ਸੰਗਤ ਇਹਨਾਂ ਦੀ ਸੇਵਾ ਕਰੇ, ਮੇਰੇ ਨਾਂ ਤੇ ਜੋ ਵੀ ਖਰਚਾ ਪਾਣੀ ਇਹਨਾਂ ਨੂੰ ਦੇਵੇ। ਅੱਗੇ ਚੱਲ ਕੇ ਨਾ ਜਦੋਂ ਕਿਤੇ ਦੱਸਦੇ ਆ ਗਨੀ ਖਾਂ ਨਬੀ ਖਾਂ ਹੋਰਾਂ ਦੀ ਇੱਕ ਧੀ ਹੋਈ ਛੋਟੀ ਜੀ, ਉਹ ਧੀ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਜਦੋਂ ਇਹ ਵਿਖਾਉਂਦੇ ਆ ਇਹ ਹੁਕਮਨਾਮਾ ਤੇ ਉਹ ਕੜੇ ਵਿਖਾਉਂਦੇ ਆ ਤੇ ਉਹ ਛੋਟੀ ਜੀ ਬੱਚੀ ਪੁੱਛਦੀ ਆ, ਤੂੰ ਬਾਦੀ ਛੋਟੀ ਵੀ ਨਹੀਂ ਸੀ, ਬੋਲਦੀ ਸੀ ਸੋਹਣੀ,
ਇਹ ਕੀ ਲਿਖਿਆ? ਉਹ ਕਹਿੰਦੇ ਲਿਖਿਆ ਹੈ ਕਿ ਗਨੀ ਖਾਂ ਨਬੀ ਖਾਂ ਮੇਰੇ ਪੁੱਤਰ ਹਨ ਤੇ ਇਹਨਾਂ ਦੀ ਸਿੱਖ ਸੰਗਤ ਸਤਿਕਾਰ ਕਰੇ, ਪਿਆਰ ਕਰੇ ਮੇਰੇ ਪੁੱਤਰਾਂ ਵਾਂਗੂ। ਤੇ ਉਹ ਧੀ ਕਹਿੰਦੀ ਫਿਰ ਮੈਂ ਕੀ ਲੱਗੀ? ਉਸੇ ਸੁਭਾਅ ਕਹਿੰਦੇ ਤੂੰ ਤਾਂ ਫਿਰ ਪੋਤਰੀ ਲੱਗੀ। ਤੇ ਗੁਰੂ ਪਿਆਰੋ ਬੱਚੀ ਆਪਣੇ ਆਪ ਨੂੰ ਉਸ ਦਿਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਦੀ ਪੋਤਰੀ ਹੀ ਕਹਿੰਦੀ ਰਹੀ। ਕਹੋ ਸਤਨਾਮ। ਤਾਂ ਇੱਕ ਪੋਤਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਹੋ ਗਈ। ਕਹੋ ਸਤਨਾਮ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਇਸ ਤਰ੍ਹਾਂ ਉਹ ਹੁਕਮਨਾਮਾ ਦੇ ਦਿੱਤਾ ਲਿਖ ਕੇ ਸੰਗਤਾਂ ਨੂੰ, ਸਾਨੂੰ ਸਭ ਨੂੰ ਹੁਕਮ ਦਿੱਤਾ ਸਤਿਕਾਰ ਕਰਨ ਦਾ ਉਹਨਾਂ ਦਾ। ਸੰਗਤ ਦੀ ਸੇਵ ਮਮ ਸਟਾ ਕਰੇ ਵਿਦਾਲਿਕ ਦੀਨ ਸਪਟਾ। ਔਰ ਇਹ ਪਟਾ ਇੱਕ ਤਾਂ ਸਰਕਾਰ ਲਿਖ ਕੇ ਦਿੰਦੀ ਆ ਵੀ ਆ ਜ਼ਮੀਨ ਤੈਨੂੰ ਫ੍ਰੀ 'ਚ ਦਿੱਤੀ, ਤੇ ਇਹ ਪਟਾ ਸੰਗਤ ਨੂੰ ਲਿਖ ਕੇ ਦਿੱਤਾ ਕਿ ਮੇਰੇ ਥਾਂ ਤੇ ਤੁਸੀਂ ਇਹਨਾਂ ਨੂੰ ਮਾਇਆ ਆਦਿ ਇਹਨਾਂ ਦਾ ਖਰਚਾ ਪਾਣੀ ਜ਼ਰੂਰ ਦੇਣਾ ਭਾਈ। ਅਦਕ ਆਨੰਦੇ ਬੰਦਨ ਕਰਕੇ ਗਮਨੇ ਪੁਣੇ ਪਿਛਾਰੀ ਮੁਰਕੇ। ਤੋ ਗਣੀ ਖਾਂ ਨਬੀ ਖਾਂ ਬੜੇ ਸਤਿਕਾਰ ਸਹਿਤ ਸਤਿਗੁਰਾਂ ਨੂੰ ਨਮਸਕਾਰ ਕਰਕੇ ਵਾਪਸ ਚੱਲ ਪਏ। तीनों सिंह तब रहे, तीनों सिंह संग तब रहे, साधि कृपाल देखे मलहे। ਔਰ ਉਸ ਤੋਂ ਬਾਅਦ ਭਾਈ ਕਿਰਪਾਲ ਦਾਸ ਦੇ ਕੋਲ ਜੋ ਇਹ ਸਾਧੂ ਹੈ, ਇਹਦੇ ਕੋਲ ਤਿੰਨੇ ਸਿੰਘ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਰਹੇ। ਸਤਿਗੁਰਾਂ ਦੇ ਨਾਲ ਇਹਨਾਂ ਨੂੰ ਵਿਦਾ ਕਰ ਦਿੱਤਾ ਹੈ। ਅੱਗੇ ਕਿੱਧਰ ਨੂੰ ਜਾਂਦੇ ਆ ਪ੍ਰੀਤਮ ਇੱਥੋਂ, ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश, हे पूरन हे सर्वमय, गुणतास, हे संगी हे निरंकार, निर्गुण सब टीका, हे गोविंद हे गुण निधान, हे अपरंपर हर हरे है बिहोवन, हे संत कै सदा संग, आधार, हे ठाकुर हों दास रो, गुण गुण नहीं कोई, नानक दीजै नाम दान, आए प्रभ शरणागति, नित दयाल, एक अखर हर मन वसत, होत निहाल, एक ओंकार सतगुरु, प्रसाद सच होए, वाहिगुरु जी की फतेह है, विनाशन सोए, वाहिगुरु जी की फतेह है, विनाशन सोए, वाहिगुरु जी का खालसा, वाहिगुरु जी की फतेह। बहुत बहुत धन्यवाद ਸਰਬੱਤ ਸੰਗਤਾਂ ਜਿਨ੍ਹਾਂ